ਦਰਸ਼ਕੋ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜੀ। ਹਰ ਵਾਰ ਦੀ ਤਰ੍ਹਾਂ ਸਰਦਾਰ ਹਰਪ੍ਰੀਤ ਸਿੰਘ ਇਸ ਵੇਲੇ ਐਜ਼ ਐਕਸਪਰਟ ਸਾਡੇ ਨਾਲ ਜੁੜੇ ਨੇ ਸਰੀ ਸਟੂਡੀਓ ਤੋਂ ਤੇ ਬਰੈਂਪਟਨ ਸਟੂਡੀਓ ਤੋਂ ਰਵਿੰਦਰ ਆਲੂਵਾਲੀਆ ਵੱਲੋਂ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹਰਪ੍ਰੀਤ ਜੀ, ਰਸਮੀ ਸਵਾਗਤ ਦੇ ਨਾਲ ਨਾਲ ਆਪਾਂ ਸਿੱਧਾ ਹੀ ਬਾਈਡਨ ਤੇ ਟਰੂਡੋ ਦੀ ਮੀਟਿੰਗ ਬਾਰੇ ਗੱਲਾਂ ਕਰਦੇ ਹਾਂ, ਕਿਉਂਕਿ ਸਾਰਿਆਂ ਦੀਆਂ ਅੱਖਾਂ ਨੇ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ। ਇੱਕ ਬੜੀ ਵੱਡੀ ਨਿਊਜ਼ ਕੋਈ ਆ ਰਹੀ ਹੈ ਰੌਕਸਹੈਮ ਰੋਡ ਬਾਰੇ, ਉਹਨੂੰ ਤੁਸੀਂ ਜ਼ਿਆਦਾ ਬੈਟਰ ਦੱਸ ਸਕੋਗੇ ਜੀ ਦਰਸ਼ਕਾਂ ਲਈ। ਜੀ ਅਮਰਿੰਦਰ ਜੀ, ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਦਾ ਵੀ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਵਿੱਚ। ਸਭ ਤੋਂ ਵੱਡੀ ਖਬਰ ਜਿਹੜੀ ਚਰਚਾ ਦਾ ਵਿਸ਼ਾ ਬਣੀ ਪਈ ਹੈ ਉਹ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਜੋ ਹਨ ਉਹ ਪਹਿਲੀ ਵਾਰ ਸਟੇਟ ਵਿਜ਼ਿਟ 'ਤੇ ਆਏ ਹੈਗੇ ਨੇ। ਇਹਨਾਂ ਦਾ ਪਿਛਲਾ ਦੌਰਾ ਐਜ਼ ਵਾਈਸ ਪ੍ਰੈਜ਼ੀਡੈਂਟ ਹੈਗਾ ਸੀ ਜੀ 2016 ਦੇ ਵਿੱਚ, ਜਦੋਂ ਇੱਥੇ ਕੈਨੇਡਾ ਵਿੱਚ ਆਏ ਸਨ। ਅਤੇ ਇਸ ਵਾਰ ਜਿਹੜਾ ਇਹ ਇੱਥੇ ਪਹੁੰਚੇ ਨੇ ਕੈਨੇਡਾ ਦੇ ਵਿੱਚ, ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਪਾਰਲੀਮੈਂਟ ਨੂੰ ਵੀ ਉਹਨਾਂ ਨੇ ਐਡਰੈਸ ਕੀਤਾ ਹੈਗਾ। ਉਸ ਤੋਂ ਇਲਾਵਾ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰ ਰਹੇ ਨੇ। ਪਰ ਜਿਸ ਤਰ੍ਹਾਂ ਤੁਸੀਂ ਕਿਹਾ, ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਮੁੱਦੇ ਦੇ ਉੱਤੇ, ਰੌਕਸਹਮ ਰੋਡ ਜਿਹੜਾ ਕਿ ਕਿਊਬੈਕ ਦੇ ਵਿੱਚ ਇੱਕ ਬਾਰਡਰ ਹੈਗਾ ਹੈ। ਅਸਲ ਵਿੱਚ ਕੀ ਹੈਗਾ ਜੀ, ਇਸ ਬਾਰਡਰ ਦੇ ਰਾਹੀਂ ਅਸੀਂ ਕਈ ਵਾਰ ਤਸਵੀਰਾਂ ਵੀ ਵੇਖੀਆਂ ਨੇ ਕਿ ਬਹੁਤ ਸਾਰੇ ਅਸਾਈਲਮ ਸੀਕਰਸ ਜਿਹੜੇ ਹੈਗੇ ਨੇ ਜੋ ਕੈਨੇਡਾ ਆਉਣਾ ਚਾਹੁੰਦੇ ਨੇ ਉਹ ਇਸ ਬਾਰਡਰ ਨੂੰ ਕ੍ਰਾਸ ਕਰਦੇ ਨੇ ਅਤੇ ਉਹਦੇ ਵਿੱਚ ਉੱਥੇ ਉਹਨਾਂ ਨੂੰ ਜਿਹੜੇ CBSA ਵਾਲੇ ਹੈਗੇ ਨੇ ਉਹ ਅੰਦਰ ਲੈ ਜਾਂਦੇ ਨੇ ਆਪਣੇ ਦਫ਼ਤਰਾਂ ਦੇ ਵਿੱਚ, ਅਤੇ ਉਹ ਪ੍ਰੋਸੈਸ ਜਿਹੜਾ ਅਸਾਈਲਮ ਦਾ ਸ਼ੁਰੂ ਹੋ ਜਾਂਦਾ ਹੈ। ਪਰ ਹੁਣ ਇਸ ਨੂੰ ਬੰਦ ਕਰਨ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਬਾਈਡਨ ਅਤੇ ਟਰੂਡੋ ਦੇ ਵਿਚਕਾਰ, ਇਹ ਕਾਫੀ ਮਹੱਤਵਪੂਰਨ ਵਿਸ਼ਾ ਹੈਗਾ, ਕਿਉਂਕਿ ਇਸ ਉੱਤੇ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵੇਅਰ ਜੋ ਹਨ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬੰਦੇ ਨੇ, ਸਭ ਤੋਂ ਪਹਿਲਾ ਕੰਮ ਕਰਨਗੇ ਕਿ ਇਹ ਜਿਹੜੀ ਕ੍ਰਾਸਿੰਗ ਇਸ ਨੂੰ ਬੰਦ ਕਰਨਗੇ। ਹੁਣ ਹੋ ਕੀ ਰਿਹਾ ਜੀ ਕਿ ਇੱਕ ਥਰਡ ਕੰਟਰੀ ਐਗਰੀਮੈਂਟ ਹੈਗਾ ਜਿਸ ਦੇ ਰਾਹੀਂ ਇਹ ਬਾਰਡਰ ਦੇ ਜ਼ਰੀਏ ਅਮਰੀਕਾ ਤੋਂ ਜਿਹੜੇ ਹੈਗੇ ਨੇ ਲੋਕ ਜਿਹੜੇ ਅਸਾਈਲਮ ਲੈਣਾ ਚਾਹੁੰਦੇ ਨੇ ਉਹ ਇੱਥੇ ਆ ਜਾਂਦੇ ਨੇ, ਜਿਹਦੇ ਵਿੱਚ ਕਿ ਬਹੁਤ ਸਾਰੇ ਲੋਕ ਸਾਊਥ ਅਮਰੀਕਾ ਦੇ, ਮੈਕਸੀਕੋ ਦੇ ਜਾਂ ਮਿਡ ਈਸਟ ਦੇ ਇਹ ਲੋਕ ਜਿਹੜੇ ਹੈਗੇ ਨੇ ਇਹ ਆਉਂਦੇ ਨੇ ਬਾਰਡਰ ਦੇ ਉੱਤੇ ਅਤੇ ਇਹ ਕ੍ਰਾਸ ਕਰ ਜਾਂਦੇ ਨੇ ਅਤੇ ਇਹ ਅਸਾਈਲਮ ਵਾਸਤੇ ਆਪਣੀ ਐਪਲੀਕੇਸ਼ਨਸ ਦਖਲ ਕਰ ਦਿੰਦੇ ਹੈਗੇ ਨੇ। ਸੋ ਹੁਣ ਜਿਹੜਾ ਹੈਗਾ ਜੀ ਸਿਸਟਮ, ਜਿਹੜਾ ਹੁਣ ਅੱਜ ਅਨਾਊਂਸਮੈਂਟ ਹੋਈ ਹੈ ਕਿ ਕੈਨੇਡਾ ਦਾ ਕਹਿਣਾ ਹੈ ਕਿ ਅਸੀਂ 15,000 ਦੇ ਕਰੀਬ ਲੀਗਲ ਤੌਰ ਦੇ ਉੱਤੇ ਇਹ ਅਸਾਈਲਮ ਸੀਕਰਸ ਲੈ ਸਕਨੇ ਹਾਂ। ਲੇਕਿਨ 2022 ਦੇ ਵਿੱਚ ਰੌਕਸਹਮ ਰੋਡ ਤੋਂ ਤਕਰੀਬਨ 40,000 ਲੋਕਾਂ ਨੇ ਜੋ ਹੈ ਇੱਥੇ ਇਸ ਨੂੰ ਕ੍ਰਾਸ ਕੀਤਾ ਅਤੇ ਅਸਾਈਲਮ ਲਈ ਐਪਲੀਕੇਸ਼ਨਸ ਫਾਈਲ ਕੀਤੀਆਂ। ਸੋ ਹੁਣ ਬਾਈਡਨ ਅਤੇ ਟਰੂਡੋ ਦੇ ਵਿਚਕਾਰ ਜਿਹੜਾ ਸਮਝੌਤਾ ਹੋਇਆ ਹੈ, ਇਹ ਬਾਰਡਰ ਕ੍ਰਾਸਿੰਗ ਬੰਦ ਕਰ ਦਿੱਤੀ ਜਾਏਗੀ। ਇਸ ਉੱਤੇ ਕਈ ਥਾਵਾਂ ਤੋਂ ਪ੍ਰਤੀਕਰਮ ਆ ਰਹੇ ਨੇ ਜੀ, ਜਿੱਥੇ ਇਸ ਦਾ ਸਵਾਗਤ ਵੀ ਕੀਤਾ ਜਾ ਰਿਹਾ, ਪਰ ਦੂਸਰੇ ਪਾਸੇ ਜਿਹੜੇ ਇਮੀਗ੍ਰੇਸ਼ਨ ਐਕਸਪਰਟਸ ਹੈਗੇ ਨੇ ਉਹ ਇਹ ਕਹਿ ਰਹੇ ਨੇ ਅਮਰਿੰਦਰ ਜੀ ਕਿ ਇਸ ਨਾਲ ਨੁਕਸਾਨ ਬਹੁਤ ਹੋਏਗਾ, ਕਿਉਂਕਿ ਇਹ ਇੱਕ ਬੜਾ ਸੋਹਣਾ ਜ਼ਰੀਆ ਸੀ ਜਿਸ ਰਾਹੀਂ ਸੇਫ ਥਰਡ ਕੰਟਰੀ ਐਗਰੀਮੈਂਟ ਦਾ ਸਹਾਰਾ ਲੈ ਕੇ ਉਹ ਲੋਕ ਜੋ ਇੱਥੇ ਪਨਾਹ ਲੈਣਾ ਚਾਹੁੰਦੇ ਨੇ ਉਹ ਇੱਥੋਂ ਕ੍ਰਾਸ ਕਰਦੇ ਸਨ ਅਤੇ ਉਸ ਤੋਂ ਬਾਅਦ ਇਹਨਾਂ ਦੀ ਐਪਲੀਕੇਸ਼ਨਸ ਉੱਤੇ ਕੰਮ ਸ਼ੁਰੂ ਹੋ ਜਾਂਦਾ ਸੀ। ਪਰ ਇਹ ਐਕਸਪਰਟਸ ਦਾ ਕਹਿਣਾ ਹੈਗਾ ਕਿ ਇਸ ਨਾਲ ਹੁਣ ਹੋਰ ਜ਼ਿਆਦਾ ਇਲੀਗਲ ਜਿਹੜੇ ਹੈਗੀ ਇਹ ਕ੍ਰਾਸਿੰਗ ਜੋ ਹੋਣਗੀਆਂ, ਇਹ ਇੱਕ ਜ਼ਰੀਆ ਸੀ ਜਿਸ ਰਾਹੀਂ ਲੋਕ ਇੱਥੋਂ ਈਜ਼ੀਲੀ ਕ੍ਰਾਸ ਕਰ ਜਾਂਦੇ ਸੀ, ਪਰ ਹੁਣ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਸੋ ਅਗੇਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਸ ਦਾ ਸਵਾਗਤ ਵੀ ਕੀਤਾ ਜਾ ਰਿਹਾ, ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ, ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਕੀ ਇਸ ਦਾ ਬੈਨੀਫਿਟ ਹੁੰਦਾ ਜਾਂ ਨੁਕਸਾਨ ਹੁੰਦਾ ਹੈ। ਪਰ ਨਾਲ ਹੀ ਇਸ ਨਾਲ ਜਿਹੜੀ ਮਹੱਤਵਪੂਰਨ ਗੱਲ ਹੈਗੀ ਜੀ ਕਿ ਕੈਨੇਡਾ ਦੇ ਵਿੱਚ 2022 ਨੂੰ ਕਿਹਾ ਜਾ ਰਿਹਾ ਇੱਕ ਬਹੁਤ ਵਧੀਆ ਸਾਲ ਰਿਹਾ, ਜਿਸ ਵਿੱਚ ਕਿ ਤਕਰੀਬਨ 1 ਮਿਲੀਅਨ ਤੋਂ ਵੱਧ ਲੋਕ ਜਿਹੜੇ ਨੇ ਉਹਨਾਂ ਦਾ ਸਵਾਗਤ ਕੀਤਾ ਗਿਆ। ਇਹਦੇ ਵਿੱਚ ਕੈਨੇਡੀਅਨ ਸਰਕਾਰ ਦੇ ਵੱਲੋਂ ਦੱਸਿਆ ਗਿਆ ਕਿ ਤਕਰੀਬਨ 4,90,000 ਲੋਕ ਜਿਹੜੇ ਨੇ ਇੱਥੇ ਲਿਆਂਦੇ ਗਏ। ਉਸ ਤੋਂ ਇਲਾਵਾ ਟੈਂਪਰਰੀ ਵਰਕਰ ਸਭ ਨੂੰ ਮਿਲਾ ਕੇ 2022 ਦਾ ਸਾਲ ਸਭ ਤੋਂ ਜ਼ਿਆਦਾ ਮਹੱਤਵਪੂਰਨ ਰਿਹਾ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ, ਜਦੋਂ ਅਸੀਂ ਦੇਖਦੇ ਹੈਗੇ ਹਾਂ। ਸੋ ਓਵਰਆਲ ਜਦੋਂ ਅਸੀਂ ਸਿਚੁਏਸ਼ਨ ਨੂੰ ਦੇਖ ਰਹੇ ਹਾਂ ਤਾਂ ਲੋਕ ਜਿਹੜੇ ਨੇ ਉਹ ਕੈਨੇਡਾ ਆ ਰਹੇ ਨੇ, ਅਤੇ ਅਸੀਂ ਪਹਿਲਾਂ ਵੀ ਕਈ ਪ੍ਰੋਗਰਾਮ 'ਚ ਗੱਲਬਾਤ ਕਰ ਚੁੱਕੇ ਹਾਂ ਕਿ ਬਹੁਤ ਵਧੀਆ ਗੱਲ ਹੈ, ਇਹ ਮੁਲਕ ਹੀ ਇਮੀਗ੍ਰੈਂਟਸ ਦੇ ਸਹਾਰੇ ਚੱਲ ਰਿਹਾ। ਲੇਕਿਨ ਦੂਸਰੇ ਪਾਸੇ ਜਿਹੜੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਉਹ ਇਹ ਹੈ ਕਿ ਸਾਡੇ ਕੋਲ ਇੰਨਾ ਇਨਫਰਾਸਟਰਕਚਰ ਨਹੀਂ ਹੈਗਾ ਕਿ ਅਸੀਂ ਲੋਕਾਂ ਨੂੰ ਇੱਥੇ ਬੁਲਾਇਆ ਤੇ ਰਹੇ ਹਾਂ, ਲੇਕਿਨ ਕਿਸ ਤਰੀਕੇ ਨਾਲ ਉਹਨਾਂ ਨੂੰ ਹਾਊਸਿੰਗ ਜਾਂ ਉਹਨਾਂ ਦਾ ਮੈਡੀਕਲ ਕੇਅਰ ਜਾਂ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰਨੀਆਂ, ਇਹ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਬਾਰੇ ਡਿਸਕਸ਼ਨ ਕਰਦੇ ਹਾਂ ਜੀ। ਹਰਪ੍ਰੀਤ ਜੀ, ਸਭ ਤੋਂ ਵੱਡਾ ਸਵਾਲ ਇੱਕ ਆਮ ਦਰਸ਼ਕ ਦੇ ਦਿਮਾਗ ਦੇ ਵਿੱਚ ਆਉਂਦਾ ਆ ਕਿ ਸਿਰਫ ਇਸੇ ਬਾਰਡਰ ਤੇ ਜ਼ਿਆਦਾ ਸਖਤੀ ਕਿਉਂ ਕੀਤੀ ਜਾ ਰਹੀ ਹੈ? ਬਾਰਡਰ ਤਾਂ ਹੋਰ ਬਹੁਤ ਨੇ ਜੀ। ਮੈਕਸੀਕੋ ਦੀ ਕੰਧ ਸਾਡੇ ਪੰਜਾਬੀਆਂ 'ਚ ਤਾਂ ਖੈਰ ਬਹੁਤ ਮਸ਼ਹੂਰ ਆ, ਅਤੇ USA 'ਚ ਤਾਂ ਉੱਥੋਂ ਵੀ ਬਹੁਤ ਲੋਕ ਐਂਟਰ ਕਰਦੇ ਨੇ। ਅਤੇ ਹੁਣ ਜੇ ਸਖਤੀ ਜ਼ਿਆਦਾ ਕੀਤੀ ਜਾਏਗੀ, ਚਾਹੇ ਉਹ ਪੀਅਰ ਪੋਲੀਵੇਅਰ ਕਹਿ ਰਹੇ ਨੇ, ਚਾਹੇ ਟਰੂਡੋ ਦੇ ਐਗਰੀਮੈਂਟ ਕਰ ਰਹੇ ਨੇ, ਇਲੀਗਲ ਮਾਈਗਰੈਂਟਸ ਨੂੰ ਇਹ ਬੰਦ ਕਰਨਾ ਚਾਹ ਰਹੇ ਨੇ। ਅਤੇ ਦੂਜੇ ਪਾਸੇ ਉਹੀ ਮਾਈਗਰੈਂਟਸ ਨੇ ਜੀ ਜਿਹੜੇ ਤਸ਼ੱਦਦ ਨਾਲ ਵੀ ਕੰਧਾਂ ਟੱਪਣਗੇ, ਪਰ ਮੈਕਸੀਕੋ ਦੀ ਕੰਧ ਹਜੇ ਤੱਕ ਬੰਦ ਨਹੀਂ ਹੋ ਸਕੀ ਜੀ, ਹਜੇ ਤੱਕ ਬੰਦ ਨਹੀਂ ਹੋ ਸਕੀ। ਟਰੰਪ ਨੇ ਵੀ ਕਿਹਾ ਸੀ ਜੇ ਅਸੀਂ ਮੈਕਸੀਕੋ ਵਾਲਾ ਬਾਰਡਰ ਬੰਦ ਕਰਾਂਗੇ, ਸਖਤੀ ਕਰਾਂਗੇ,
ਬਟ ਉਹ ਹੁਣ ਤੱਕ ਨਹੀਂ ਬੰਦ ਹੋ ਸਕੀ। ਇਹ ਜਿਹੜੀ ਸਖਤੀ ਕਰਨੀ ਹੈ, ਡੂ ਯੂ ਥਿੰਕ ਇਹ ਪੋਲੀਟੀਕਲੀ ਕੋਈ ਸਟੰਟ ਹੈਗਾ ਇਹਨਾਂ ਦਾ? ਕਿਉਂਕਿ ਮੈਨੂੰ ਤੁਹਾਡੀਆਂ ਗੱਲਾਂ 'ਚੋਂ ਲੱਗਿਆ ਕਿ ਜਿੱਦਾਂ ਪੀਅਰ ਨੇ ਅਨਾਊਂਸ ਕੀਤਾ ਸੀਗਾ ਤਾਂ ਇਹਨਾਂ ਨੇ ਪਹਿਲਾਂ ਹੀ ਐਗਰੀਮੈਂਟ ਕਰਤਾ, ਫਿਰ ਇਕੱਲਾ ਕਿਊਬੈਕ ਵਾਲਾ ਬਾਰਡਰ ਹੀ ਇਹੀ ਬਾਰਡਰ ਕਿਉਂ ਜੀ? ਇਹਦਾ ਕੀ ਰੀਜ਼ਨ ਹੈ? ਬੜਾ ਸੋਹਣਾ ਸਵਾਲ ਤੁਸੀਂ ਪੁੱਛਿਆ ਜੀ ਅਮਰਿੰਦਰ ਜੀ, ਅਤੇ ਇਸ ਦੇ ਵਿੱਚ ਦੋ ਪੱਖ ਤੋਂ ਇਸ ਨੂੰ ਮੈਂ ਟੱਚ ਕਰਨਾ ਚਾਹਾਂਗਾ। ਇਸ ਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਇਸ ਸਮੇਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਜਿਹੜੇ ਪੀਅਰ ਪੋਲੀਵੇਅਰ ਹੈਗੇ ਨੇ, ਉਹਨਾਂ ਦੀ ਜਿਹੜੀ ਰੇਟਿੰਗ ਹੈਗੀ ਹੈ ਉਹ ਕਾਫੀ ਉੱਤੇ ਨੂੰ ਜਾ ਰਹੀ ਹੈਗੀ ਹੈ, ਅਤੇ ਲੋਕ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਇਸ ਸਮੇਂ ਟਰੂਡੋ ਸਰਕਾਰ ਦੀ ਮਹਿੰਗਾਈ ਨੂੰ ਨਾ ਰੋਕਣ ਦੇ ਵਿੱਚ ਅਸਫਲਤਾ, ਉਸ ਤੋਂ ਇਲਾਵਾ ਹਾਊਸਿੰਗ ਕ੍ਰਾਈਸਿਸ, ਹੈਲਥ ਕ੍ਰਾਈਸਿਸ, ਇਹਨਾਂ ਨੂੰ ਮੁੱਖ ਰੱਖਦੇ ਹੋਏ ਟਰੂਡੋ ਸਾਹਿਬ ਦਾ ਜਿਹੜਾ ਛਵੀ ਹੈਗੀ ਉਹ ਥੱਲੇ ਨੂੰ ਜਾ ਰਹੀ ਹੈਗੀ ਹੈ। ਸੋ ਇਲੀਗਲ ਇਮੀਗ੍ਰੈਂਟਸ ਦੀ ਜਦੋਂ ਅਸੀਂ ਗੱਲ ਕਰਨੇ ਆ, ਦੁਨੀਆ ਭਰ ਦੇ ਵਿੱਚ 4.6 ਮਿਲੀਅਨ ਅਸਾਈਲਮ ਸੀਕਰਸ ਹੈਗੇ ਨੇ ਜਿਹੜੇ ਕਿ ਆਉਣਾ ਚਾਹੁੰਦੇ ਨੇ ਬਾਹਰ ਦੂਸਰੇ ਮੁਲਕਾਂ ਦੇ ਵਿੱਚ, ਅਤੇ ਕੈਨੇਡਾ ਉਹਨਾਂ 'ਚੋਂ ਇੱਕ ਟੌਪ 'ਤੇ ਮੁਲਕ ਹੈਗਾ। ਸਾਡੀ ਇਮੀਗ੍ਰੇਸ਼ਨ ਪਾਲਿਸੀ ਕੁਝ ਐਸੀ ਹੈਗੀ ਕਿ ਜਦੋਂ ਵੀ ਕੁਝ ਦੁਨੀਆ 'ਚ ਹੁੰਦਾ, ਜਿਸ ਤਰ੍ਹਾਂ ਯੂਕਰੇਨ ਵਿੱਚ ਹੋਇਆ, ਅਫਗਾਨਿਸਤਾਨ ਵਿੱਚ ਕ੍ਰਾਈਸਿਸ ਆਏ, ਤਾਂ ਅਸੀਂ ਉੱਥੋਂ ਦੇ ਜਿਹੜੇ ਰੈਫਿਊਜੀ ਸਨ ਉਹ ਇੱਥੇ ਕੈਨੇਡਾ ਵਿੱਚ ਅਸੀਂ ਲੈ ਕੇ ਆਏ। ਅੰਤਰਰਾਸ਼ਟਰੀ ਇੱਕ ਸੰਧੀ ਵੀ ਹੈਗੀ ਜਿਸ ਦੇ ਤਹਿਤ ਸਾਨੂੰ ਇੱਥੇ ਬੰਦੇ ਲਿਆਉਣੇ ਪੈਂਦੇ ਹੈਗੇ ਨੇ, ਪਰ ਅਸੀਂ ਹਮੇਸ਼ਾ ਹੀ ਜੀ ਆਇਆਂ ਨੂੰ ਕਹਿੰਦੇ ਹੈਗੇ ਆ ਰੈਫਿਊਜੀਜ਼ ਨੂੰ ਜਾਂ ਅਸਾਈਲਮ ਸੀਕਰਸ ਨੂੰ। ਸੋ ਰੌਕਸਮ ਰੋਡ ਜਿਹੜੀ ਹੈਗੀ ਹੈ ਜੀ, ਇਹ ਕਾਫੀ ਲੰਮੇ ਸਮੇਂ ਤੋਂ ਚਰਚਾ ਵਿੱਚ ਹੈਗੀ ਹੈ, ਕਿਉਂਕਿ ਇਹੀ ਇੱਕ ਈਜ਼ੀ ਬਾਰਡਰ ਹੈ ਜਿੱਥੇ ਕਿ ਤੁਸੀਂ ਕ੍ਰਾਸ ਕਰਦੇ ਹੋ ਅਤੇ ਨਾਲ ਹੀ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਟਸ ਵੱਲੋਂ, ਅਤੇ ਉਹ ਤੁਹਾਨੂੰ ਜਿਹੜਾ ਪ੍ਰੋਸੈਸ ਹੈ ਉਸ ਦੇ ਵਿੱਚ ਦਾਖਲ ਕਰ ਦਿੰਦੇ ਹੈਗੇ ਨੇ। ਨੋ ਡਾਊਟ ਕੈਨੇਡਾ ਦਾ ਅਮਰੀਕਾ ਨਾਲ ਬਹੁਤ ਲੰਮਾ ਬਾਰਡਰ ਹੈਗਾ ਹੈ। ਇਲੀਗਲ ਇਮੀਗ੍ਰੇਸ਼ਨ ਕਦੀ ਵੀ ਨਹੀਂ ਰੁਕ ਸਕਦੀ, ਜਿੰਨੀਆਂ ਮਰਜ਼ੀਆਂ ਤੁਸੀਂ ਤਾਰਾਂ ਲਾ ਲਓ, ਤੁਸੀਂ ਦੀਵਾਰਾਂ ਬਣਾ ਲਓ, ਕੁਝ ਵੀ ਨਹੀਂ ਹੋ ਸਕਦਾ। ਲੇਕਿਨ ਡੈਫੀਨੇਟਲੀ ਇਹ ਇੱਕ ਜ਼ਰੀਆ ਜਿਹੜਾ ਸੀ ਜਿਸ ਦੇ ਰਾਹੀਂ ਲੋਕ ਈਜ਼ੀਲੀ ਕ੍ਰਾਸ ਕਰ ਲੈਂਦੇ ਸੀ, ਅਤੇ ਉਹਨਾਂ ਨੂੰ ਡਰ ਨਹੀਂ ਹੁੰਦਾ ਸੀ ਕਿ ਅਸੀਂ ਫੜੇ ਜਾਵਾਂਗੇ ਅਤੇ ਸਾਡੇ ਨਾਲ ਕੋਈ ਦੁਰਵਿਵਹਾਰ ਹੋਏਗਾ। ਇਹ ਹੁਣ ਜਦੋਂ ਬੰਦ ਹੋਏਗਾ ਤਾਂ ਡੈਫੀਨੇਟਲੀ ਮੇਰਾ ਸਮਝਣਾ ਹੈਗਾ ਕਿ ਜਿਹੜੇ ਲੋਕ ਇਸ ਜ਼ਰੀਏ ਨੂੰ ਅਡਾਪਟ ਕਰਦੇ ਸਨ ਕੈਨੇਡਾ ਵਿੱਚ ਆਉਣ ਵਾਸਤੇ, ਉਹ ਹੋਰ ਜਿਹੜਾ ਬਾਰਡਰ ਦੇ ਇਲਾਕੇ ਹੈਗੇ ਨੇ ਉਹਨਾਂ ਦੇ ਥਾਂ ਹੀ ਆਉਣਗੇ। ਅਤੇ ਕੈਨੇਡਾ ਅਤੇ US ਦਾ ਬਾਰਡਰ ਇੰਨਾ ਲੰਮਾ ਹੈਗਾ ਕਿ ਸਾਰੇ ਪਾਸੇ ਤੁਸੀਂ ਉੱਥੇ ਕੰਟਰੋਲ ਨਹੀਂ ਕਰ ਸਕਦੇ। ਅਸੀਂ ਕਈ ਖਬਰਾਂ ਵੀ ਸੁਣੀਆਂ ਹੈਗੀਆਂ, ਪਹਿਲਾਂ ਵੀ ਤੁਸੀਂ ਸੁਣਿਆ ਹੋਵੇਗਾ, ਇੱਕ ਭਾਰਤੀ ਪਰਿਵਾਰ ਵੀ ਹੈਗਾ ਸੀ, ਉਹ ਅਮਰੀਕਾ ਨੂੰ ਕ੍ਰਾਸ ਕਰਨਾ ਚਾਹੁੰਦਾ ਸੀ ਕੈਨੇਡਾ ਤੋਂ, ਤਾਂ ਉਹ ਮਾਰਿਆ ਗਿਆ ਸੀ ਸਾਰਾ ਪਰਿਵਾਰ। ਗੁਜਰਾਤ ਦਾ ਇਹ ਪਰਿਵਾਰ ਹੈਗਾ ਸੀ। ਉਸ ਤੋਂ ਇਲਾਵਾ ਹੋਰ ਵੀ ਆਏ ਬਗਾਏ ਸਾਨੂੰ ਖਬਰਾਂ ਮਿਲਦੀਆਂ ਨੇ ਕਿ ਲੋਕ ਜਿਹੜੇ ਕ੍ਰਾਸ ਕਰਨਾ ਚਾਹ ਰਹੇ ਸਨ, ਉਹਨਾਂ ਦੇ ਜਾਂ ਤਾਂ ਫੜੇ ਗਏ ਅਤੇ ਜਾਂ ਉਹ ਮਾਰੇ ਗਏ। ਸੋ ਈਜ਼ੀ ਨਹੀਂ ਹੁੰਦਾ ਕ੍ਰਾਸ ਕਰਨਾ ਬਾਰਡਰ, ਕਿਉਂਕਿ ਕਈ ਥਾਵਾਂ ਦੇ ਉੱਤੇ ਕੈਨੇਡਾ ਜਿੱਥੇ ਅਸੀਂ ਦੇਖਦੇ ਹਾਂ ਬਹੁਤ ਦੁਨੀਆ ਦਾ ਬਹੁਤ ਵੱਡਾ ਮੁਲਕ ਹੈਗਾ ਹੈ, ਉਸ ਦੇ ਵਿੱਚ ਕਈ ਥਾਵਾਂ ਨੇ ਜਿਹੜੀਆਂ ਇਨਹੋਸਪਿਟੇਬਲ ਹੈਗੀਆਂ ਨੇ, ਜਿੱਥੇ ਕਿ ਤੁਸੀਂ ਨਹੀਂ ਜਾ ਸਕਦੇ ਹੈਗੇ, ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਰੌਕਸਮ ਰੋਡ ਇੱਕ ਐਸਾ ਸੈਂਟਰ ਸੀ ਜਿਹੜਾ ਕਿ ਬੜਾ ਈਜ਼ੀਲੀ ਐਸੈਸਿਬਲ ਹੈਗਾ ਸੀ ਐਂਡ ਓਪਨ ਹੈਗਾ ਸੀ। ਇਹ ਬੰਦ ਹੋਣ ਦੇ ਨਾਲ ਇਲੀਗਲ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਲੋਕਾਂ ਨੇ ਆਉਣਾ ਉਹ ਤਾਂ ਆਉਣਾ ਹੀ ਆਉਣਾ ਹੈ। ਇਹਦੇ ਨਾਲ ਜਿਹੜੇ ਸਮਗਲਰਸ ਹੈਗੇ ਨੇ, ਜਿਹੜੇ ਲੋਕ ਹਿਊਮਨ ਟ੍ਰੈਫਿਕਿੰਗ ਵਿੱਚ ਡੀਲ ਕਰਦੇ ਨੇ, ਉਹ ਫਰਦਰ ਉਹਨਾਂ ਨੂੰ ਹੋਰ ਮੌਕੇ ਮਿਲਣਗੇ ਲੋਕਾਂ ਨੂੰ ਐਕਸਪਲੋਇਟ ਕਰਨ ਦੇ ਅਤੇ ਇੱਥੇ ਭੇਜਣ ਦੇ। ਸੋ ਇਟਸ ਗੋਇੰਗ ਟੂ ਬੀ ਇੰਟਰਸਟਿੰਗ। ਅਜੇ ਇਹ ਕਦੋਂ ਹੈ, ਕਿਉਂਕਿ ਇਹ ਮਿਡਨਾਈਟ ਤੋਂ ਉਹਨਾਂ ਨੇ ਕਿਹਾ ਬੰਦ ਕਰ ਰਹੇ ਹਾਂ ਅਸੀਂ, ਇੱਕਦਮ ਇਹ ਜਿਹੜਾ ਫੈਸਲਾ ਲੈ ਲਿਆ ਗਿਆ। ਇਸ ਨਾਲ ਆਉਣ ਵਾਲੇ ਦਿਨ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਕਈ ਖਬਰਾਂ ਸ਼ਾਇਦ ਸਾਨੂੰ ਸੁਣਨ ਨੂੰ ਮਿਲ ਸਕਦੀਆਂ ਨੇ, ਜਿਸ ਦੇ ਵਿੱਚ ਕਿ ਲੋਕ, ਕਿਉਂਕਿ ਹੁਣ ਮੌਸਮ ਵੀ ਠੀਕ ਹੋ ਰਿਹਾ ਹੈ, ਜਿਵੇਂ ਜਿਵੇਂ ਮੌਸਮ ਕਲੀਅਰ ਹੋਏਗਾ ਉਸ ਤਰੀਕੇ ਨਾਲ ਜਿਹੜੇ ਇਮੀਗ੍ਰੈਂਟਸ ਇੱਥੇ ਆਉਣਾ ਚਾਹੁੰਦੇ ਨੇ ਅਸਾਈਲਮ ਵਾਸਤੇ, ਉਹ ਅੱਗੇ ਆਉਣਗੇ। ਤਾਂ ਕਿਹੜਾ ਰਸਤਾ ਅਡਾਪਟ ਕਰਨਗੇ, ਕਿਹੜੇ ਰਸਤੇ ਰਾਹੀਂ ਉਹ ਆਉਣਗੇ ਕੈਨੇਡਾ ਵਿੱਚ, ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਬਟ ਡੈਫੀਨੇਟਲੀ ਇਹ ਰੁਕੇਗਾ ਨਹੀਂ, ਇਹ ਵਧਣ ਦੇ ਜ਼ਿਆਦਾ ਅਸਾਰ ਹੈਗੇ ਨੇ ਜੀ। ਅਤੇ ਇਹਦੇ ਨਾਲ ਹੀ ਹਰਪ੍ਰੀਤ ਜੀ, ਇੰਟਰਨੈਸ਼ਨਲ ਓਬਲੀਗੇਸ਼ਨਸ ਨੇ ਜਿਹੜੀਆਂ ਹਿਊਮਨ ਰਾਈਟਸ ਦੀਆਂ ਕੈਨੇਡਾ ਦੇ ਲਈ, ਉਹਨਾਂ ਦੀ ਵੀ ਕਿਤੇ ਉਲੰਘਣਾ ਹੋਊਗੀ ਜੀ? ਜਿੱਦਾਂ ਇੱਕੋਦਮ ਕਿਹਾ ਗਿਆ ਕਿ 40,000 ਆਏ ਸੀ, 15,000 ਨੂੰ ਅਲਾਓ ਕਰਾਂਗੇ, ਅਤੇ ਉਹ ਕਿਤੇ ਮੈਨੂੰ ਲੱਗਦਾ ਹੈ ਕਿ ਦੇਅਰ ਇਜ਼ ਸਮ ਕਨਫਲਿਕਟ ਇਨ ਇਟ ਆਲਸੋ। ਦੇਖੋ, ਇਸ ਤਰ੍ਹਾਂ ਹੈਗਾ ਕਿ ਇੰਟਰਨੈਸ਼ਨਲ ਜਿਹੜੀਆਂ ਤੁਹਾਡੀਆਂ ਐਗਰੀਮੈਂਟਸ ਦੇ ਰਾਹੀਂ ਹੀ ਇਹ ਅਸੀਂ ਸਵਾਗਤ ਕਰਦੇ ਹਾਂ ਰੈਫਿਊਜੀਜ਼ ਦਾ, ਪਰ ਉਹਦੇ 'ਚ ਵੀ ਇੱਕ ਲਿਮਿਟ ਹੁੰਦੀ ਹੈਗੀ, ਪਰ ਉਹ ਲਿਮਿਟ ਡਿਪੈਂਡ ਕਰਦੀ ਹੈ ਸਰਕਾਰ ਕਿੰਨੀ ਸੈੱਟ ਕਰਦੀ ਹੈ। ਸਰਕਾਰ ਨੇ ਕਿਹਾ ਹੈ 5 ਲੱਖ ਦੇ ਕਰੀਬ ਅਸੀਂ ਇਮੀਗ੍ਰੈਂਟਸ ਲੈ ਕੇ ਆਉਣੇ ਨੇ ਬਾਹਰਲੇ ਮੁਲਕਾਂ ਤੋਂ। ਉਹਦੇ ਵਿੱਚ ਸਾਰੇ ਹੀ ਜਿਹੜੇ ਨੇ PR ਨਹੀਂ ਹੁੰਦੇ, ਸਾਰੇ ਹੀ ਜਿਹੜੇ ਨੇ ਟੈਂਪਰਰੀ ਵਰਕਰਸ ਨਹੀਂ ਹੁੰਦੇ, ਉਹਦੇ 'ਚ ਰੈਫਿਊਜੀਜ਼ ਵੀ ਸ਼ਾਮਲ ਹੁੰਦੇ ਨੇ, ਅਸਾਈਲਮ ਸੀਕਰਸ ਵੀ ਸ਼ਾਮਲ ਹੁੰਦੇ ਨੇ। ਸੋ ਇਹ ਨੰਬਰਸ ਅਪ ਐਂਡ ਡਾਊਨ ਰਹਿੰਦੇ ਹੈਗੇ ਨੇ, ਕੋਈ ਵੀ ਫਿਕਸਡ ਨੰਬਰ ਨਹੀਂ ਹੁੰਦਾ, ਬਟ ਇੱਕ ਕੈਲਕੂਲੇਟਿਵ ਅਪਰੋਚ ਅਡਾਪਟ ਕੀਤੀ ਜਾਂਦੀ ਹੈ ਕਿ ਜੀ 5 ਲੱਖ ਬੰਦਾ ਲਿਆਂਦਾ ਜਾਏਗਾ, ਜਿਸ ਤਰ੍ਹਾਂ ਕਿ ਟਰੂਡੋ ਸਰਕਾਰ ਨੇ ਕਿਹਾ ਹੈਗਾ। ਸੋ ਇਹ ਨੰਬਰਸ ਤਾਂ ਅਪ ਐਂਡ ਡਾਊਨ ਹੋਣਗੇ, ਬਟ ਇੰਟਰਨੈਸ਼ਨਲ ਐਗਰੀਮੈਂਟ ਜਿਹੜੀ ਹੈਗੀ ਹੈ, ਇਹ ਪੈਸੇਜ ਜਿਹੜਾ ਮਿਲਦਾ ਇਹਨਾਂ ਨੂੰ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ 3rd ਕੰਟਰੀ ਐਗਰੀਮੈਂਟ ਜਿਹੜਾ ਹੈਗਾ ਅਮਰੀਕਾ ਦੇ ਨਾਲ, ਉਹਦੇ ਰਾਹੀਂ ਇਹ ਲੋਕ ਇੱਥੇ ਕ੍ਰਾਸ ਕਰਦੇ ਹੈਗੇ ਸੀ। ਸੋ ਜੋ ਤੁਸੀਂ ਸਵਾਲ ਪੁੱਛਿਆ ਉਹਦੇ ਵਿੱਚ ਮੈਂ ਇਹੀ ਕਹਿ ਸਕਦਾ ਹੈਗਾ ਕਿ
ਕੋਈ ਉਲੰਘਣਾ ਤਾਂ ਨਹੀਂ ਹੈਗੀ, ਕਿਉਂਕਿ ਅਜੇ ਅਸੀਂ ਐਕਸੈਪਟ ਕਰ ਰਹੇ ਹਾਂ। ਅਸੀਂ ਇਹ ਨਹੀਂ ਕਿਹਾ ਕਿ ਅਸੀਂ ਬੰਦੇ ਨਹੀਂ ਲੈਣੇ ਇੱਥੇ ਕੈਨੇਡਾ ਵਿੱਚ, ਅਸਾਈਲਮ ਸੀਕਰਸ ਜਾਂ ਰੈਫਿਊਜੀਜ਼ ਨਹੀਂ ਲੈਣੇ ਹੈਗੇ। ਸੋ ਨੰਬਰਸ ਜਿਹੜੇ ਹੈਗੇ ਨੇ ਉਹਦੇ ਉੱਤੇ ਮੈਂ ਤੁਹਾਨੂੰ ਵਿਸਥਾਰ ਵਿੱਚ ਨਹੀਂ ਦੱਸ ਸਕਦਾ, ਕਿਉਂਕਿ ਸਰਕਾਰ ਦੀ ਹਰ ਸਾਲ ਜਿਹੜੀ ਰਿਪੋਰਟ ਆਉਂਦੀ ਹੈ ਉਹਦੇ 'ਚ ਉਹਨਾਂ ਨੇ ਆਪ ਹੀ ਇਹ ਨੰਬਰ ਸੈੱਟ ਕੀਤੇ ਹੁੰਦੇ ਨੇ। ਇੰਟਰਨੈਸ਼ਨਲ ਆਬਲੀਗੇਸ਼ਨ ਇਹ ਹੈਗੀ ਹੈ ਕਿ ਜਿੱਥੇ ਬਾਹਰਲੇ ਮੁਲਕ ਸਾਰੇ ਲੈਂਦੇ ਨੇ, ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਹਿਊਮੈਨਿਟੇਰੀਅਨ ਗਰਾਊਂਡਸ ਉੱਤੇ ਤੁਸੀਂ ਇਹ ਲੋਕਾਂ ਦਾ ਜਿਹੜੇ ਕਿ ਆਪਣੀ ਕੰਟਰੀਜ਼ ਦੇ ਵਿੱਚ ਹੋਸਟਾਈਲ ਕੰਡੀਸ਼ਨਸ ਕਾਰੇ ਛੱਡ ਕੇ ਆ ਰਹੇ ਨੇ, ਉਹਨਾਂ ਦਾ ਅਸੀਂ ਇਹਨਾਂ ਮੁਲਕਾਂ 'ਚ ਸਵਾਗਤ ਕਰੀਏ। ਜੀ, ਤੇ ਹਰਪ੍ਰੀਤ ਜੀ, ਮੈਨੂੰ ਲੱਗਦਾ ਆ ਕਿ ਇਹਦੇ ਨਾਲ ਹੀ ਮੈਂਟਲ ਸਟ੍ਰੈਸ ਦੇ ਵਿੱਚ ਬਹੁਤ ਵਾਧਾ ਹੋਣ ਵਾਲਾ ਆ। ਕੈਨੇਡਾ ਆਲਰੇਡੀ ਹੈਲਥ ਕ੍ਰਾਈਸਿਸ ਦੇ ਵਿੱਚ ਹੈ, ਡਾਕਟਰਸ, ਨਰਸਿਸ ਸਾਰਿਆਂ ਦੀ ਬਹੁਤ ਜ਼ਿਆਦਾ ਕਮੀ ਹੈ, ਤੇ ਮੈਂਟਲ ਹੈਲਥ ਕ੍ਰਾਈਸਿਸ ਦੀ ਇਸ ਵੇਲੇ ਕੀ ਪੋਜੀਸ਼ਨ ਹੈ ਜੀ ਕੈਨੇਡਾ 'ਚ? ਜੀ, ਇਹ ਬਹੁਤ ਹੀ ਮਹੱਤਵਪੂਰਨ ਸਵਾਲ ਜਿਹੜਾ ਤੁਸੀਂ ਪੁੱਛਿਆ, ਕਿਉਂਕਿ ਕੈਨੇਡਾ ਦੇ ਵਿੱਚ ਲੱਗਦਾ ਹੈ ਕਿ ਜੀ ਅਸੀਂ ਇੱਕ ਵਿਕਸਿਤ ਮੁਲਕ 'ਚ ਬੈਠੇ ਹਾਂ, ਪਰ ਜਦੋਂ ਆંકੜੇ ਦੇਖਦੇ ਹਾਂ ਤਾਂ ਸਾਡਾ ਕੋਈ ਫਰਕ ਨਹੀਂ ਹੈਗਾ ਐਜ਼ ਕੰਪੇਅਰ ਟੂ, ਜੇ ਮੈਂ ਕਹਾਂ ਕਿ ਕੋਈ ਛੋਟਾ ਅੰਡਰ ਡਿਵੈਲਪਡ ਮੁਲਕ ਹੈ। ਬਲਕਿ ਅੰਡਰ ਡਿਵੈਲਪਡ ਮੁਲਕ ਵਿੱਚ ਸ਼ਾਇਦ ਲੋਕ ਇੰਨੇ ਸਟ੍ਰੈਸ ਵਿੱਚ ਨਹੀਂ ਹੈਗੇ ਜਿੰਨੇ ਕਿ ਲੋਕ ਵਿਕਸਿਤ ਮੁਲਕ ਜਿਸ ਤਰ੍ਹਾਂ ਕੈਨੇਡਾ ਹੈ ਉਸ ਦੇ ਵਿੱਚ ਅਸੀਂ ਹੈਗੇ ਹਾਂ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ G7 ਕੰਟਰੀਜ਼ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਇਮੀਗ੍ਰੇਸ਼ਨ ਦਾ ਜਿਹੜਾ ਇਨਟੇਕ ਹੈਗਾ ਉਹ ਕੈਨੇਡਾ 'ਚ ਲਿਆ ਜਾ ਰਿਹਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਬਹੁਤ ਵਧੀਆ ਗੱਲ ਹੈ, ਸਾਨੂੰ ਇਹ ਮੁਲਕ ਹੀ ਇਮੀਗ੍ਰੈਂਟਸ ਦੇ ਕਾਰਨ ਬਣਿਆ ਹੈ, ਲੇਕਿਨ ਹੁਣ ਹਾਲਾਤ ਬਦਲ ਚੁੱਕੇ ਹੈਗੇ ਨੇ। ਜਦੋਂ ਅਸੀਂ ਮੈਂਟਲ ਸਟ੍ਰੈਸ ਦੀ ਗੱਲ ਕਰ ਰਹੇ ਹਾਂ, ਦੁਨੀਆ ਭਰ ਦੇ ਵਿੱਚ ਇੱਕ ਐਪੀਡੈਮਿਕ ਆਇਆ ਹੋਇਆ ਹੈ, ਖਾਸ ਤੌਰ 'ਤੇ ਪੈਂਡੇਮਿਕ ਤੋਂ ਬਾਅਦ ਜਿਹੜਾ ਅਸੀਂ ਦੇਖਿਆ ਕੋਵਿਡ-19 ਦਾ, ਉਸ ਦੌਰਾਨ ਵੀ ਅਸੀਂ ਦੇਖਿਆ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਮੈਂਟਲ ਸਟ੍ਰੈਸ ਦਾ ਸ਼ਿਕਾਰ ਹੋਏ। ਪਰ ਇਹ ਖਤਮ ਹੋਣ ਤੋਂ ਬਾਅਦ ਜਿਹੜੇ ਨੇ ਹੁਣ ਰਿਜ਼ਲਟਸ ਕੁਝ ਜ਼ਿਆਦਾ ਹੀ ਸਾਹਮਣੇ ਨਜ਼ਰ ਆ ਰਹੇ ਨੇ। 6 ਚੋਂ 1 ਕੈਨੇਡੀਅਨ ਜਿਹੜਾ ਹੈਗਾ ਜੀ ਉਹ ਮੈਂਟਲ ਸਟ੍ਰੈਸ ਦਾ ਸ਼ਿਕਾਰ ਹੋਇਆ ਪਿਆ, ਐਂਗਜ਼ਾਈਟੀ ਵਿੱਚ ਹੈ, ਡਿਪਰੈਸ਼ਨ ਵਿੱਚ ਹੈਗਾ, ਉਸ ਉੱਤੇ ਫਾਈਨੈਂਸ਼ੀਅਲ ਬਰਡਨ ਵੱਧ ਗਿਆ ਹੈਗਾ। ਅਤੇ ਖਾਸ ਤੌਰ 'ਤੇ ਜਿਹੜਾ ਹੁਣ ਅਸੀਂ ਮਾਹੌਲ ਦੇਖ ਰਹੇ ਹਾਂ ਕੈਨੇਡਾ ਦੇ ਵਿੱਚ, ਪਿਛਲੇ ਸਾਲ ਦੇ ਦੌਰਾਨ 8 ਵਾਰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟਸ ਵਿੱਚ ਵਾਧਾ ਕੀਤਾ। ਮਕਸਦ ਤਾਂ ਇਹ ਸੀ ਕਿ ਜੀ ਜਿਹੜਾ ਸਾਡੀ ਇਨਫਲੇਸ਼ਨ ਹੈਗੀ ਉਸ ਨੂੰ ਅਸੀਂ ਰੋਕ ਲਾ ਸਕੀਏ ਅਤੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਲੇਕਿਨ ਹੋਇਆ ਕੀ ਕਿ ਜਿਹੜੇ ਵੀ ਲੋਕ, ਦੇਖੋ, ਰੋਟੀ ਕੱਪੜਾ ਅਤੇ ਮਕਾਨ ਬੇਸਿਕ ਨੈਸੈਸਿਟੀਜ਼ ਹੈਗੀਆਂ ਨੇ ਇਨਸਾਨ ਦੀਆਂ, ਹਰ ਇੱਕ ਵਿਅਕਤੀ ਜਿਹੜਾ ਹੈਗਾ ਇਹਨਾਂ ਵਾਸਤੇ ਹੀ ਕੰਮ ਕਰਦਾ ਹੈ। ਅਤੇ ਕੈਨੇਡਾ ਕੋਈ ਵੱਖਰਾ ਮੁਲਕ ਨਹੀਂ ਹੈਗਾ। ਇੱਥੇ ਵੀ ਲੋਕ ਜਿਹੜੇ ਨੇ ਘਰਾਂ ਨੂੰ ਓਨ ਕਰਦੇ ਨੇ ਜਾਂ ਕਿਰਾਇਆਂ 'ਤੇ ਰਹਿੰਦੇ ਹੈਗੇ ਨੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਇਸ ਸਮੇਂ ਜਿਹੜਾ ਸਟ੍ਰੈਸ ਹੈਗਾ ਉਹ ਹੈ ਫਾਈਨੈਂਸ਼ੀਅਲ ਸਟ੍ਰੈਸ। ਕੁਝ ਰਿਪੋਰਟਸ ਆਈਆਂ ਨੇ ਜਿਹਦੇ 'ਚ ਕਿਹਾ ਜਾ ਰਿਹਾ ਹੈ ਕਿ ਸਿਰਫ ਅਸੀਂ $200 ਤੱਕ ਦੇ ਸ਼ਾਰਟ ਹੈਗੇ ਹਾਂ ਬੈਂਕਰਪਸੀ ਤੋਂ। ਸੋ ਇਹ ਸ਼ੋਅ ਕਰਦਾ ਅਸੀਂ ਕਿੰਨਾ ਜ਼ਿਆਦਾ ਕਰਜ਼ਾ ਲੈ ਚੁੱਕੇ ਹੈਗੇ ਹਾਂ। ਐਂਡ ਕੈਨੇਡੀਅਨਸ ਆਰ ਦਾ ਮੋਸਟ ਇੰਡੈਟਡ ਪੀਪਲ ਇਨ ਦ ਵਰਲਡ। ਕਿਹਾ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਕਰਜ਼ਾ ਸਾਡੇ ਉੱਤੇ ਚੜਿਆ ਹੋਇਆ ਹੈ, ਕਿਉਂਕਿ ਇੱਥੋਂ ਦਾ ਸਿਸਟਮ ਕ੍ਰੈਡਿਟ ਕਾਰਡ ਕਲਚਰ ਹੈਗਾ। ਚਲੋ ਪੈਸਾ ਲਿਆ, ਜਦੋਂ ਪੇਮੈਂਟ ਕਰਨੀ ਮਹੀਨੇ ਬਾਅਦ ਤੁਸੀਂ ਮਿਨੀਮਮ ਪੇਮੈਂਟ ਕਰਤੀ, ਅਤੇ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਤੁਹਾਡਾ ਪ੍ਰਿੰਸੀਪਲ ਹੈਗਾ ਉੱਤੇ ਕਰਜ਼ੇ 'ਤੇ ਕਰਜ਼ਾ ਅਸੀਂ ਦੇਈ ਜਾਂਦੇ ਹੈਗੇ ਹਾਂ। ਸੋ ਆਲਰੇਡੀ ਅਸੀਂ ਪੈਂਡੇਮਿਕ ਦੇ ਦੌਰਾਨ ਵੀ ਅਸੀਂ ਦੇਖਿਆ ਕਈਆਂ ਦੀ ਨੌਕਰੀਆਂ ਚਲੇ ਗਈਆਂ, ਕਈਆਂ ਦੇ ਬਿਜ਼ਨੈਸਿਸ ਚਲੇ ਗਏ। ਪਰ ਉਸ ਤੋਂ ਬਾਅਦ ਜਦੋਂ ਮਾਰਕੀਟ ਦੇ ਵਿੱਚ ਥੋੜ੍ਹਾ ਜਿਹਾ ਚੱਲਣ ਨੂੰ ਕੰਮ ਸ਼ੁਰੂ ਹੋਇਆ ਤਾਂ ਕਈ ਲੋਕ ਜਿਹੜੇ ਨੇ ਅਜੇ ਵੀ ਉਸ ਦਾ ਸ਼ਿਕਾਰ ਹੋਏ ਪਏ ਨੇ। ਇੰਟਰਸਟ ਰੇਟਸ ਦੇ ਵਧਣ ਦੇ ਕਾਰਨ ਉਹਨਾਂ ਦੀਆਂ ਘਰ ਦੀਆਂ ਪੇਮੈਂਟਸ ਵਧ ਗਈਆਂ ਨੇ, ਆਮਦਨ ਵਿੱਚ ਵਾਧਾ ਨਹੀਂ ਹੋਇਆ। ਅੱਛਾ, ਦੂਸਰੀ ਗੱਲ, ਜਿਹੜੇ ਬਿਜ਼ਨਸਮੈਨ ਹੈਗੇ ਨੇ ਉਹਨਾਂ ਦੀ ਵੀ ਸਮੱਸਿਆ ਇਹ ਹੈਗੀ ਹੈ ਕਿ ਪ੍ਰੋਫਿਟ ਮਾਰਜਨਸ ਘਟਦੇ ਜਾ ਰਹੇ ਨੇ, ਕਿਉਂਕਿ ਪਹਿਲੀ ਗੱਲ ਲੇਬਰ ਨਹੀਂ ਮਿਲ ਰਹੀ, ਅਤੇ ਜਿਹੜੀ ਲੇਬਰ ਮਿਲਦੀ ਹੈ ਉਹਨਾਂ ਨੂੰ ਕੋਸਟ ਬਹੁਤ ਜ਼ਿਆਦਾ ਦੇਣੀ ਪੈਂਦੀ ਹੈਗੀ ਹੈ। ਸੋ ਉਹਦੇ ਕਾਰਨ ਪ੍ਰੋਫਿਟ ਮਾਰਜਨਸ ਘਟਦੇ ਜਾ ਰਹੇ ਹੈਗੇ ਨੇ, ਅਤੇ ਬਿਜ਼ਨਸ ਵਾਲੇ ਜਿਹੜੇ ਨੇ ਉਹ ਵੀ ਦੁਹਾਈ ਪਾ ਰਹੇ ਨੇ। ਅਤੇ ਉਸ ਤੋਂ ਬਾਅਦ ਘਰਾਂ ਦੇ ਉੱਤੇ ਕਰਜ਼ਾ, ਰਹਿਣ ਸਹਿਣ ਦਾ ਕਰਜ਼ਾ ਜਿਹੜਾ ਹੈਗਾ, ਸਾਡਾ ਰੋਜ਼ਮਰਾ ਜ਼ਿੰਦਗੀ ਨੂੰ ਚਲਾਉਣ ਦਾ ਕਰਜ਼ਾ ਜਿਹੜਾ ਅਸੀਂ ਲੈਂਦੇ ਹਾਂ, ਉਹ ਦੇਣ ਦੇ ਵਿੱਚ ਹੀ ਅਸੀਂ ਗੁਜ਼ਾਰ ਰਹੇ ਹਾਂ, ਜਿਸ ਕਾਰਨ ਫਾਈਨੈਂਸ਼ੀਅਲ ਸਟ੍ਰੈਸ ਜੋ ਹੈ ਬਹੁਤ ਜ਼ਿਆਦਾ ਹੈ, ਅਤੇ ਉਸ ਦਾ ਸਭ ਤੋਂ ਜ਼ਿਆਦਾ ਇੰਪੈਕਟ ਸਾਡੇ ਮਾਨਸਿਕ ਸਿਹਤ 'ਤੇ ਪੈ ਰਿਹਾ ਹੈ। ਇੱਕ ਰਿਪੋਰਟ ਜਿਹੜੀ ਆਈ ਉਸ ਵਿੱਚ ਦੱਸਿਆ ਗਿਆ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਫਿਊਚਰ ਵਿੱਚ ਉਹ ਕੀ ਕਰਨਗੇ। ਸੋ ਉਸ ਕਰਕੇ ਫਾਈਨੈਂਸ਼ੀਅਲ ਸਟ੍ਰੈਸ ਇੱਕ ਕਾਰਨ ਹੈਗਾ ਮੇਜਰ। ਦੂਸਰਾ ਹੈਗਾ ਕਿ ਲੋਨਲੀਨੈਸ। ਕੈਨੇਡਾ ਦੀ ਆਬਾਦੀ ਜਿਹੜੀ ਹੈਗੀ ਨੇ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜ਼ਿਆਦਾਤਰ ਜਿਹੜੇ ਬਜ਼ੁਰਗ ਹੈਗੇ ਨੇ ਇੱਥੇ, ਉਹ ਆਪਣੇ ਆਪ ਨੂੰ ਲੋਨਲੀ ਮਹਿਸੂਸ ਕਰਦੇ ਨੇ। ਉਹਨਾਂ ਨੂੰ ਮਦਰ ਡੇ ਜਾਂ ਫਾਦਰ ਡੇ ਵਾਲੇ ਦਿਨ ਤਾਂ ਬੱਚੇ ਆ ਕੇ ਮਿਲ ਲੈਂਦੇ ਨੇ, ਪਰ ਅਦਰਵਾਈਜ਼ ਉਹ ਬਹੁਤ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ। ਸੋ ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਸੋਸ਼ਲ ਜੇ ਇਨਵਾਇਰਮੈਂਟ ਹੈਗਾ, ਉਸ ਕਾਰਨ ਵੀ ਟੈਨਸ਼ਨ ਵੱਧ ਰਹੀ ਹੈਗੀ, ਐਂਗਜ਼ਾਇਟੀ ਵੱਧ ਰਹੀ ਹੈਗੀ ਹੈ। ਅਤੇ ਤੀਸਰੀ ਗੱਲ ਆ ਜਾਈਏ ਅਸੀਂ ਜਿਹੜੀ ਨੌਜਵਾਨਾਂ ਦੀ ਹੈਗੀ ਹੈ, ਜਿਹੜੇ ਨੌਜਵਾਨ ਹੈਗੇ ਨੇ ਯੂਨੀਵਰਸਿਟੀਜ਼ ਤੋਂ ਪੜ੍ਹ ਰਹੇ ਹੈਗੇ ਨੇ, ਉਹਨਾਂ ਨੂੰ ਫਰਦਰ ਜੌਬਸ ਨਹੀਂ ਮਿਲ ਰਹੇ। ਮਾਰਕੀਟ ਦੇ ਵਿੱਚ ਲੇਬਰ ਸ਼ਾਰਟੇਜ ਦੀ ਅਸੀਂ ਜਦੋਂ ਗੱਲ ਕਰਦੇ ਹੈਗੇ ਹਾਂ, ਅਤੇ ਜਿਹੜੀ ਫੀਲਡ ਦੇ ਵਿੱਚ ਕੋਈ ਵਿਅਕਤੀ ਚਾਹੀਦਾ ਹੈਗਾ ਉਹ ਨਹੀਂ ਮਿਲ ਰਿਹਾ ਹੈਗਾ। ਸੋ ਇਮੀਗ੍ਰੇਸ਼ਨ ਜਿਹੜੀ ਅਸੀਂ ਲਿਆ ਰਹੇ ਹਾਂ, ਅਸੀਂ ਤਾਂ ਲੈ ਕੇ ਆਉਂਦੇ ਹਾਂ ਪੁਆਇੰਟ ਸਿਸਟਮ ਦੇ ਉੱਤੇ। ਜਿਹੜੇ ਲੋਕ ਆਪਣੇ ਮੁਲਕ 'ਚ ਕਿਸੇ ਪਰਟੀਕੂਲਰ ਫੀਲਡ ਦੇ ਵਿੱਚ ਮਾਹਰ ਹੈਗੇ ਸਨ, ਕੰਮ ਕਰ ਰਹੇ ਸਨ, ਉਹਨਾਂ ਨੂੰ ਉਸ ਬੇਸ 'ਤੇ ਇੱਥੇ ਲਿਆਇਆ ਜਾਂਦਾ। ਲੇਕਿਨ ਇੱਥੇ ਆ ਕੇ
ਉਹਨਾਂ ਨੂੰ ਛੱਡ ਦਿੱਤਾ ਜਾਂਦਾ, ਉਹਨਾਂ ਨੂੰ ਆਪਣੀ ਫੀਲਡ ਦੇ ਵਿੱਚ ਜੌਬਸ ਨਹੀਂ ਮਿਲਦੇ, ਉਹਨਾਂ ਨੂੰ ਆਪਣੀ ਫੀਲਡ ਦੇ ਵਿੱਚ ਕੰਮ ਕਰਨ ਨੂੰ ਮੌਕਾ ਨਹੀਂ ਮਿਲਦਾ। ਸੋ ਉਹ ਨੌਜਵਾਨ ਜਿਹੜੇ ਹੈਗੇ ਨੇ ਇੱਥੇ ਨਵੇਂ ਕੈਨੇਡਾ ਵਿੱਚ ਆ ਰਹੇ ਨੇ, ਪਰਿਵਾਰਾਂ ਨਾਲ ਆ ਰਹੇ ਨੇ, ਉਹ ਵੀ ਡਿਸਟ੍ਰੈਸ ਵਿੱਚ ਹੈਗੇ ਨੇ। ਸੋ ਓਵਰਆਲ ਜਦੋਂ ਅਸੀਂ ਮੈਂਟਲ ਸਟ੍ਰੈਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਸਾਰੇ ਹੀ ਇਸ ਦਾ ਸ਼ਿਕਾਰ ਹੋ ਰਹੇ ਨੇ ਅਤੇ ਕਿਹਾ ਜਾ ਰਿਹਾ ਕਿ ਜੇਕਰ ਸਿਚੁਏਸ਼ਨ ਨਹੀਂ ਬਦਲੀ ਤਾਂ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਗੰਭੀਰ ਹੋਏਗਾ। ਸੁਸਾਈਡ ਜਿਹੜੇ ਨੇ ਬਹੁਤ ਜ਼ਿਆਦਾ ਵੱਧ ਰਹੇ ਨੇ, ਆਤਮ ਹੱਤਿਆਵਾਂ ਵੱਧ ਰਹੀਆਂ ਨੇ, ਖਾਸ ਤੌਰ 'ਤੇ ਨੌਜਵਾਨਾਂ ਵਿੱਚ ਅਤੇ ਮੱਧ ਵਰਗ ਦੇ ਲੋਕਾਂ ਦੇ ਵਿੱਚ। ਅੱਛਾ, ਉਸ ਤੋਂ ਇਲਾਵਾ 21ਵੀਂ ਸਦੀ 'ਚ ਤਾਂ ਅਸੀਂ ਆ ਗਏ ਅਤੇ ਹੋੜ ਲੱਗੀ, ਇੱਕ ਦੌੜ ਲੱਗੀ ਹੈ। ਹਰ ਇੱਕ ਕੋਈ ਵਿਅਕਤੀ ਜਿਹੜਾ ਇੱਕ ਦੂਸਰੇ ਨੂੰ ਪਾਰ ਕਰਨਾ ਚਾਹੁੰਦਾ ਹੈ ਬਾਈ ਹੁੱਕ ਔਰ ਬਾਈ ਕਰੁੱਕ। ਅਤੇ ਇੱਥੋਂ ਦੀ ਆਬਾਦੀ ਕਿਉਂਕਿ ਐਜ਼ ਕੰਪੇਅਰ ਟੂ ਜਿੱਥੋਂ ਅਸੀਂ ਆਏ ਭਾਰਤ ਤੋਂ ਜਾਂ ਪਾਕਿਸਤਾਨ ਤੋਂ, ਉੱਥੇ ਆਬਾਦੀ ਘੱਟ ਹੈਗੀ। ਕੋਈ ਵੀ ਤੁਸੀਂ ਵੈਂਚਰ ਸ਼ੁਰੂ ਕਰਦੇ ਹੋ ਤੁਹਾਨੂੰ ਪਤਾ ਨਹੀਂ ਕਿ ਬਈ ਉਹ ਸਕਸੀਡ ਹੋਵੋਗੇ ਕਿ ਨਹੀਂ ਹੋਵੋਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਕਾਰਨ ਲੋਕ ਜਿਹੜੇ ਨੇ ਉਹ ਸਟ੍ਰੈਸ ਵਿੱਚ ਜਾ ਰਹੇ ਨੇ ਅਤੇ ਸਟ੍ਰੈਸ ਦਾ ਅਸਰ ਜਿਹੜਾ ਉਹ ਸਾਡੇ ਮਾਨਸਿਕ ਸਿਹਤ 'ਤੇ ਪੈ ਰਿਹਾ ਹੈ ਅਤੇ ਵਿਅਕਤੀ ਜਿਹੜਾ ਹੈਗਾ ਸੋਸ਼ਲੀ, ਇਕਨੋਮਿਕਲੀ ਅਤੇ ਮੈਂਟਲੀ ਜਿਹੜਾ ਹੈਗਾ ਉਹ ਗ੍ਰਸਤ ਹੁੰਦਾ ਜਾ ਰਿਹਾ ਇਹਨਾਂ ਸਾਰੀਆਂ ਬਿਮਾਰੀਆਂ ਦਾ, ਜਿਸ ਕਾਰਨ ਮਾਨਸਿਕ ਸਿਹਤ ਜੇ ਖਰਾਬ ਹੁੰਦੀ ਹੈ ਤਾਂ ਉਸ ਦਾ ਸਰੀਰ 'ਤੇ ਵੀ ਅਸਰ ਪੈਂਦਾ ਹੈਗਾ। ਅਤੇ ਕਿਉਂਕਿ ਕਿਹਾ ਜਾਂਦਾ ਹੈਲਦੀ ਮਾਈਂਡ ਇਨ ਅ ਹੈਲਦੀ ਬੋਡੀ, ਇਹਦਾ ਅਸਰ ਜਿਹੜਾ ਇਹ ਬੜਾ ਕੋਰਿਲੇਟਡ ਹੈਗਾ। ਸੋ ਇਹ ਸਾਰੇ ਪਾਸਿਓਂ ਜਿਹੜਾ ਨਾ ਜੀ ਇਸ ਸਮੇਂ ਨਿਖਾਰ ਵੇਖਣ ਨੂੰ ਮਿਲ ਰਿਹਾ, ਜਿਹੜਾ ਕਿ ਇੱਕ ਚਿੰਤਾ ਦਾ ਵਿਸ਼ਾ ਹੈ, ਜਿਸ ਉੱਤੇ ਕੁਝ ਰਿਕਮੈਂਡੇਸ਼ਨਸ ਦਿੱਤੀਆਂ ਜਾ ਰਹੀਆਂ ਨੇ। ਕਿਉਂਕਿ ਜਿੱਥੇ ਇਸ ਪ੍ਰੋਗਰਾਮ 'ਚ ਅਸੀਂ ਪ੍ਰੋਬਲਮ ਦੀ ਗੱਲ ਕਰ ਰਹੇ ਹਾਂ, ਅਸੀਂ ਨਾਲ ਸੋਲਿਊਸ਼ਨ ਦੇ ਬਾਰੇ ਵੀ ਜ਼ਰੂਰ ਕਰਦੇ ਹੈਗੇ ਹਾਂ ਗੱਲਬਾਤ। ਅਤੇ ਜਿਹੜੇ ਮਾਹਰ ਹੈਗੇ ਨੇ ਇਸ ਫੀਲਡ ਦੇ ਵਿੱਚ, ਮੈਂਟਲ ਹੈਲਥ ਐਕਸਪਰਟਸ ਹੈਗੇ ਨੇ, ਉਹ ਕਹਿ ਰਹੇ ਹੈਗੇ ਨੇ ਕਿ ਕਮ ਬੈਕ ਟੂ ਦ ਬੇਸਿਕਸ। ਆਪਣੀ ਜ਼ਿੰਦਗੀ ਨੂੰ ਉਸ ਦੌੜ ਵਿੱਚੋਂ ਕਿਸੇ ਨਾਲ ਮੁਕਾਬਲਾ ਨਾ ਕਰੋ, ਆਪਣੇ ਆਪ ਮੁਕਾਬਲਾ ਕਰੋ ਤੁਸੀਂ ਆਪਣੇ ਨਾਲ। ਸੋ ਯੈਸ, ਹਰ ਕਿਸੇ ਨੇ ਕੰਮ ਕਰਨਾ ਹੈ, ਬਹੁਤ ਟੈਨਸ਼ਨ ਹੁੰਦੀ ਹੈ, ਬਹੁਤ ਸਟ੍ਰੈਸ ਹੁੰਦਾ ਹੈ, ਪਰ ਉਹ ਸਟ੍ਰੈਸ ਇਹਨਾਂ ਨਾ ਭਾਰੂ ਹੋ ਜਾਏ ਤੁਹਾਡੇ 'ਤੇ ਕਿ ਤੁਹਾਡੀ ਸਿਹਤ ਹੀ ਖਰਾਬ ਹੋ ਜਾਏ। ਸੋ ਮਾਨਸਿਕ ਸਿਹਤ ਦੇ ਐਕਸਪਰਟਸ ਇਹ ਕਹਿ ਰਹੇ ਨੇ ਕਿ ਆਪਣੇ ਵਾਸਤੇ ਸਮਾਂ ਕੱਢੋ, ਜ਼ਿੰਦਗੀ ਨੂੰ ਬੇਸਿਕ ਲੈਵਲ 'ਤੇ ਲੈ ਕੇ ਆਓ, ਆਪਣੇ ਰੂਟਸ ਜਿਹੜੇ ਹੈਗੇ ਨੇ ਉਹਨਾਂ ਨਾਲ ਜੁੜੋ, ਆਪਣੇ ਪਰਿਵਾਰ ਨਾਲ ਸਮਾਂ ਲਾਓ। ਅਤੇ ਜੇਕਰ ਤੁਸੀਂ ਇਹਨਾਂ ਚਿੰਤਾਵਾਂ 'ਚੋਂ ਨਿਕਲ ਰਹੇ ਹੋ ਤਾਂ ਹੈਲਪ ਲੈਣ ਤੋਂ ਗੁਰੇਜ਼ ਨਾ ਕਰੋ, ਕਿਉਂਕਿ ਹੈਲਪ ਇਜ਼ ਜਸਟ ਅ ਫੋਨ ਕਾਲ ਅਵੇ। ਬਹੁਤ ਸਾਰੇ ਰਿਸੋਰਸਿਸ ਨੇ ਜਿਹੜੇ ਅੱਜ ਮਾਰਕੀਟ ਵਿੱਚ ਅਵੇਲੇਬਲ ਨੇ, ਬਹੁਤ ਸਾਰੀਆਂ ਇੰਸਟੀਟਿਊਟਸ ਨੇ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਿਹੜੇ ਮੈਂਟਲ ਹੈਲਥ ਨੂੰ ਲੈ ਕੇ ਲੋਕਾਂ ਨੂੰ ਗਾਈਡ ਕਰਦੀਆਂ ਹੈਗੀਆਂ ਨੇ। ਸੋ ਜੇਕਰ ਤੁਹਾਨੂੰ ਲੱਗਦਾ ਹੈ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੇ ਹੋ, ਇਕੱਲਾਪਨ ਮਹਿਸੂਸ ਕਰ ਰਹੇ ਹੋ, ਡਿਪਰੈਸਡ ਰਹਿੰਦੇ ਹੋ, ਐਂਗਜ਼ਾਈਟੀ ਵਿੱਚ ਰਹਿੰਦੇ ਹੈਗੇ ਹੋ, ਤਾਂ ਤੁਸੀਂ ਜ਼ਰੂਰ ਇਹਨਾਂ ਰਿਸੋਰਸਿਸ ਦਾ ਫਾਇਦਾ ਲਓ। ਉਸ ਤੋਂ ਇਲਾਵਾ ਛੋਟੀ ਚੀਜ਼ਾਂ ਸਮਾਂ ਕੱਢੋ ਆਪਣੇ ਵਾਸਤੇ। ਅਸੀਂ ਜ਼ਿਆਦਾਤਰ ਸਾਰੀ ਜ਼ਿੰਦਗੀ ਦੂਸਰਿਆਂ ਵਾਸਤੇ ਹੀ ਜੀਨੇ, ਆਪਣੇ ਵਾਸਤੇ ਨਹੀਂ ਜੀਂਦੇ। ਐਕਸਰਸਾਈਜ਼ 'ਤੇ ਜਾਈਏ, ਥੋੜ੍ਹਾ ਜਿਹਾ ਯੋਗਾ ਕਰ ਲਓ, ਕੁਝ ਵਾਕਿੰਗ ਕਰ ਲਓ, ਕੋਈ ਮਿਊਜ਼ਿਕ ਨਾਲ ਤੁਹਾਨੂੰ ਕੋਈ ਚੰਗੀ ਚੀਜ਼ ਲੱਗਦੀ ਹੈ ਉਹ ਸੁਣੋ, ਕੋਈ ਕਿਤਾਬ ਪੜ੍ਹਨ ਦਾ ਆਪਣੇ ਵਾਸਤੇ ਟਾਈਮ ਕੱਢੋ, ਆਪਣਾ ਸੋਸ਼ਲ ਜਿਹੜਾ এনवायरमेंट ਹੈਗਾ ਉਸ ਨੂੰ ਤੁਸੀਂ ਬਿਹਤਰ ਕਰੋ। ਸੋ ਇਹ ਬੇਸਿਕ ਚੀਜ਼ਾਂ ਨੇ ਜਿਨ੍ਹਾਂ 'ਤੇ ਤੁਸੀਂ ਕੰਮ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਜੇਕਰ ਫਿਰ ਵੀ ਕੋਈ ਫਰਕ ਨਹੀਂ ਤੁਹਾਨੂੰ ਪੈ ਰਿਹਾ ਤਾਂ ਜ਼ਰੂਰ ਤੁਸੀਂ ਪ੍ਰੋਫੈਸ਼ਨਲ ਐਕਸਪਰਟਸ ਦੀ ਰਾਏ ਜ਼ਰੂਰ ਲਓ, ਉਹਨਾਂ ਦੀ ਹੈਲਪ ਜ਼ਰੂਰ ਲਓ। ਜੀ, ਇਹਦੇ ਵਿੱਚ ਹਰਪ੍ਰੀਤ ਜੀ ਬੜੀ ਕਮਾਲ ਦੀ ਗੱਲ ਹੈ ਕਿ ਸਾਡੇ ਜਿਹੜੇ ਮੰਤਰੀ ਨੇ, ਸਾਡੇ ਮਿਨਿਸਟਰ ਨੇ, ਆਨਰੇਬਲ ਜੀਨੀਐਫ ਡਕਲੌਸ ਤੇ ਜਿਹੜੇ ਮਿਨਿਸਟਰ ਆਫ ਹੈਲਥ ਨੇ ਤੇ ਕੈਰੋਲਿਨ ਬੈਨਟ, ਇਹਨਾਂ ਦੀ 2 ਦਿਨ ਪਹਿਲਾਂ ਸਟੇਟਮੈਂਟ ਆ ਰਹੀ ਹੈ ਕਿ ਸਾਨੂੰ ਸਾਰਾ ਕੁਝ ਪਤਾ ਹੈ ਜੀ, ਹੈਲਥ ਵਰਕਰਸ ਸਾਡੇ ਉਹ ਬੜੇ ਚੈਲੰਜਿੰਗ ਜੌਬਸ ਕਰ ਰਹੇ ਨੇ, ਪਿਛਲੇ 2.5 ਸਾਲ ਤੋਂ ਉਹ ਬੜੀ ਪਰੇਸ਼ਾਨੀ ਦੇ ਵਿੱਚ ਨੇ ਅਤੇ ਉਹਨਾਂ ਨੂੰ ਬਹੁਤ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਵਰ ਟਾਈਮ ਕੰਮ ਕਰ ਰਹੇ ਨੇ, ਉਹਨਾਂ ਨੂੰ ਫੈਮਿਲੀ ਲਈ ਟਾਈਮ ਨਹੀਂ ਮਿਲ ਰਿਹਾ। ਅਤੇ ਦੂਜੇ ਪਾਸੇ ਸਾਡਾ ਜਿਹੜਾ ਦਿੱਤਾ ਜਾ ਰਿਹਾ ਮਸ਼ਵਰਾ ਆ ਜਾਂ ਐਕਸਪਰਟਸ ਦਾ ਮਸ਼ਵਰਾ ਆ, ਉਹ ਕਿੱਦਾਂ ਕੰਮ ਕਰੂਗਾ ਜੀ? ਅਗੇਨ ਅ ਵੈਰੀ ਇੰਪੋਰਟੈਂਟ ਕੁਐਸਚਨ। ਇਹ ਬੜੀ ਨਾ ਇੱਕ ਹੈਰਾਨੀ ਦੀ ਗੱਲ ਹੈ, ਕਿਉਂਕਿ ਜਿਹੜੇ ਮੰਤਰੀ ਸੰਤਰੀ ਜਦੋਂ ਰਿਪੋਰਟਾਂ ਜਾਂ ਸਟੇਟਮੈਂਟਸ ਦਿੰਦੇ ਨੇ, ਰਿਪੋਰਟਸ ਦੇ ਆਧਾਰ ਦੇ ਉੱਤੇ ਗੱਲਾਂ ਬਾਤਾਂ ਕਰਦੇ ਨੇ, ਪਤਾ ਹੈ ਸਭ ਨੂੰ ਕਿ ਜੀ ਸਮੱਸਿਆ ਕੀ ਹੈਗੀ ਹੈ, ਲੇਕਿਨ ਉਸ ਦੇ ਬਾਵਜੂਦ ਕੋਈ ਕੌਨਕਰੀਟ ਐਕਸ਼ਨ ਨਹੀਂ ਲਿਆ ਜਾਂਦਾ ਹੈਗਾ। ਸੋ ਸਮੱਸਿਆ ਤਾਂ ਇਹ ਹੈਗੀ ਹੈ ਕਿ ਇੱਕ ਹੈਲਥ ਕ੍ਰਾਈਸਿਸ ਵਿੱਚ ਅਸੀਂ ਲੰਘ ਰਹੇ ਹਾਂ। ਜਿਹੜੇ ਸਾਡੇ ਮੈਡੀਕਲ ਫਰਟਰਨਿਟੀ ਦੇ ਖਾਸ ਤੌਰ 'ਤੇ ਨਰਸਿਸ ਜਾਂ ਫਰੰਟ ਵਰਕਰਸ ਹੈਗੇ ਸੀ, ਉਹਨਾਂ ਨੇ ਦੇਖਿਆ ਪੈਂਡੇਮਿਕ ਦੇ ਦੌਰਾਨ ਕਿੰਨਾ ਜ਼ਿਆਦਾ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ, ਉਹਨਾਂ ਨੂੰ ਡਬਲ ਸ਼ਿਫਟਸ ਲਾਉਣੀਆਂ ਪਈਆਂ, ਕਈ ਦਿਨ ਉਹ ਘਰ ਨਹੀਂ ਜਾਂਦੇ ਸੀ। ਅਤੇ ਉਸ ਤੋਂ ਬਾਅਦ ਜਦੋਂ ਦੇਖਦੇ ਨੇ ਕਿ ਬਈ ਇੰਨੀ ਮਿਹਨਤ ਕਰਕੇ ਵੀ ਜੇਕਰ ਗਾਲਾਂ ਹੀ ਪੈ ਰਹੀਆਂ ਨੇ ਅਤੇ ਤੁਸੀਂ ਉਹਨਾਂ ਪੈਸਾ ਨਹੀਂ ਕਮਾ ਸਕ ਰਹੇ ਜਿੰਨਾ ਕਿ ਤੁਸੀਂ ਕਿਤੇ ਬਾਹਰ ਕਮਾ ਸਕਦੇ ਹੋ, ਸੋ ਕੁਇਟ ਕਰ ਰਹੇ ਹੈਗੇ ਨੇ। ਸੋ ਸਾਡੇ ਕੋਲ ਅਮਰਿੰਦਰ ਜੀ ਸ਼ਾਰਟੇਜ ਹੈਗੀ 30,000 ਨਰਸਿਸ ਦੀ ਕੈਨੇਡਾ ਦੇ ਵਿੱਚ। ਨੋ ਡਾਊਟ ਕੁਝ ਪ੍ਰਾਂਤਾਂ ਨੇ ਕੁਝ ਇਨੀਸ਼ੀਏਟਿਵਸ ਲੈਣੇ, ਜਿਨ੍ਹਾਂ 'ਚ BC ਇੱਕ ਪ੍ਰਾਂਤ ਹੈਗਾ ਜਿਨ੍ਹਾਂ ਨੇ ਕਿ ਕੁਝ ਇੰਟਰਨੈਸ਼ਨਲ ਜਿਹੜੇ ਸਾਡੇ ਇੱਥੇ ਨਰਸਿਸ ਆਉਂਦੇ ਨੇ ਉਹਨਾਂ ਨੂੰ ਫਾਸਟ ਪ੍ਰੋਗਰਾਮਸ ਦੇ ਵਿੱਚ ਲੈਣ ਦਾ ਅਨਾਊਂਸਮੈਂਟ ਕੀਤੀ ਹੈਗੀ, ਜਿਹੜੇ ਰਾਹੀਂ ਉਹ ਛੇਤੀ RNs ਬਣ ਸਕਦੇ ਨੇ ਜਾਂ ਮੈਡੀਕਲ ਇਸ ਪ੍ਰੋਫੈਸ਼ਨ ਵਿੱਚ ਆ ਸਕਦੇ ਨੇ। ਪਰ ਦੂਸਰੇ ਪਾਸੇ ਅਜੇ ਉਨਾ ਕੰਮ ਨਹੀਂ ਹੋ ਰਿਹਾ ਜਿੰਨੀ ਤੇਜ਼ੀ 'ਤੇ ਕੰਮ ਹੋਣਾ ਚਾਹੀਦਾ ਹੈ।
ਇਹਦੇ ਵਾਸਤੇ ਸਾਨੂੰ ਕੰਪਲੀਟ ਓਵਰਹੌਲ ਕਰਨ ਦੀ ਲੋੜ ਹੈਗੀ ਹੈ, ਕਿਉਂਕਿ ਸਮੱਸਿਆ ਇਹ ਬਣੀ ਪਈ ਹੈਗੀ ਕਿ ਜੇਕਰ ਅਸੀਂ ਇਹ ਸਟੈਪਸ ਨਹੀਂ ਲੈਂਦੇ ਤਾਂ ਡਾਕਟਰਸ ਜਿਹੜੇ ਹੈਗੇ ਨੇ ਉਹ ਵੀ ਬਰਨਟ ਆਊਟ ਹੈਗੇ ਨੇ, ਡਾਕਟਰਸ ਵੀ ਉਨੇ ਸਾਡੇ ਕੋਲ ਹੈ ਨਹੀਂ। ਅਤੇ ਇੱਥੋਂ ਦਾ ਸਿਸਟਮ ਤਾਂ ਇਹੀ ਹੈਗਾ ਕਿ ਰਿਵਰਸ ਬ੍ਰੇਨ ਡਰੇਨ ਹੋ ਰਿਹਾ। ਮੈਂ ਕਈ ਵਾਰ ਕਿਹਾ ਕਰਨਾ, ਹੱਸਣਾ ਹੁੰਦਾ ਕਿ ਅਸੀਂ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਅੱਜ ਕਿਸੇ ਮਾਂ-ਬਾਪ ਨਾਲ ਗੱਲ ਕਰੋ ਜਿਨ੍ਹਾਂ ਦੇ ਬੱਚੇ ਯੂਨੀਵਰਸਿਟੀਜ਼ ਹੈਗੇ ਨੇ ਅਤੇ ਜਿਹੜੇ ਪ੍ਰੋਫੈਸ਼ਨਲ ਕੋਰਸਿਸ ਕਰਨਾ ਚਾਹੁੰਦੇ ਨੇ, ਜ਼ਿਆਦਾਤਰ ਮਾਂ-ਬਾਪ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹੈਗੇ ਨੇ। ਭਾਵੇਂ ਉਹ ਮੈਡੀਸਨ ਦੀ ਗੱਲ ਕਰ ਲਈਏ, ਭਾਵੇਂ ਅਸੀਂ ਲਾਇਰ ਬਣਨ ਲਈ ਗੱਲ ਕਰ ਲਈਏ, ਭਾਵੇਂ ਅਸੀਂ ਗੱਲ ਕਰ ਲਈ ਕਿਸੇ ਨੇ ਇੰਜੀਨੀਅਰ ਬਣਨਾ ਹੈ ਜਾਂ ਕਿਸੇ ਨੇ ਫਿਜ਼ੀਓਥੈਰੇਪਿਸਟ ਬਣਨਾ ਹੈ। ਆਸਟ੍ਰੇਲੀਆ, ਇੰਗਲੈਂਡ, ਜਿਹੜੇ ਸਾਡੇ ਇਹ ਵੈਸਟ ਇੰਡੀਜ਼ ਹੋ ਗਏ ਜਾਂ ਹੋਰ ਮੁਲਕ ਹੈਗੇ ਨੇ, ਈਵਨ ਭਾਰਤ ਵਿੱਚ ਵੀ ਬੱਚਿਆਂ ਨੂੰ ਭੇਜਿਆ ਜਾਂਦਾ ਕਿ ਉੱਥੋਂ ਪੜ੍ਹ ਕੇ ਆਉਣ। ਸੋ ਰਿਵਰਸ ਬ੍ਰੇਨ ਡਰੇਨ ਮੈਂ ਇਸ ਕਰਕੇ ਕਹਿ ਰਿਹਾ ਕਿ ਜਿੱਥੇ ਅਸੀਂ ਭਾਰਤ ਤੋਂ 12ਵੀਂ ਤੋਂ ਬਾਅਦ ਬੱਚੇ ਇੱਥੇ ਲਿਆ ਰਹੇ ਹਾਂ, ਅਸੀਂ ਪੈਸਾ ਖਰਚਦੇ ਹਾਂ ਬੱਚਿਆਂ ਦੇ ਉੱਤੇ ਯੂਨੀਵਰਸਿਟੀਜ਼ ਦੇ ਵਿੱਚ। ਉਹ ਪੈਸਾ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਜਦੋਂ ਨੌਕਰੀ ਦੀ ਗੱਲ ਆਉਂਦੀ ਹੈ ਜਾਂ ਕੋਈ ਪ੍ਰੋਫੈਸ਼ਨਲ ਕੋਰਸ ਦੀ ਗੱਲ ਆਉਂਦੀ ਹੈ ਤਾਂ ਉਹੀ ਬੱਚੇ ਬਾਹਰ ਜਾਂਦੇ ਹੈਗੇ ਨੇ। ਜਦੋਂ ਉਹ ਬਾਹਰ ਜਾਂਦੇ ਹੈਗੇ ਨੇ ਅਤੇ ਜ਼ਿਆਦਾਤਰ 95% ਬੱਚੇ ਜਿਹੜੇ ਨੇ ਉਹ ਸਪੋਜ਼ ਫੋਰ ਐਗਜ਼ਾਮਪਲ ਡਾਕਟਰ ਬਣ ਕੇ ਕੋਈ ਵਾਪਸ ਕੈਨੇਡਾ ਜਾਣਾ ਚਾਹੁੰਦਾ ਹੈ, ਉਹ ਬੱਚਾ ਇੱਥੇ ਐਡਜਸਟ ਨਹੀਂ ਹੁੰਦਾ, ਉਸਨੂੰ ਰੈਜ਼ੀਡੈਂਸੀ ਨਹੀਂ ਮਿਲਦੀ ਹੈਗੀ, ਤਾਂ ਉਹ ਬੱਚਾ ਜ਼ਿਆਦਾਤਰ ਅਮਰੀਕਾ ਵਿੱਚ ਹੀ ਜਾ ਕੇ ਸੈਟਅਪ ਹੋ ਜਾਂਦਾ ਹੈਗਾ। ਸੋ ਇੱਥੋਂ ਹੀ ਅਸੀਂ ਬੱਚਿਆਂ ਦੇ ਉੱਤੇ ਪੈਸੇ ਲਾਏ, ਉਹਨਾਂ ਦੇ ਉੱਤੇ ਸਾਰੀ ਉਹਨਾਂ ਦੀ ਤਰਬੀਅਤ ਉਹਨਾਂ ਨੂੰ ਸਹੀ ਦਿੱਤੀ, ਉਸ ਤੋਂ ਬਾਅਦ ਉਹੀ ਬੱਚੇ ਬਾਹਰ ਚਲੇ ਗਏ ਅਤੇ ਬ੍ਰੇਨ ਡਰੇਨ ਅਸੀਂ ਕੈਨੇਡਾ ਤੋਂ ਬਾਹਰ ਕਰ ਰਹੇ ਹੈਗੇ ਹਾਂ ਬਾਕੀ ਮੁਲਕਾਂ ਦੇ ਵਿੱਚ। ਸੋ ਜੇਕਰ ਮਿਨਿਸਟਰ ਸਾਹਿਬ ਵਾਕਈ 'ਚ ਚਾਹੁੰਦੇ ਨੇ ਕਿ ਇਹ ਸਿਚੁਏਸ਼ਨ ਦਾ ਕੋਈ ਹੱਲ ਲੱਭਿਆ ਜਾਏ ਤਾਂ ਮੇਰਾ ਇਹ ਸਮਝਣਾ ਹੈ ਕਿ ਕੈਨੇਡਾ ਵਿੱਚ ਹੀ ਹੋਰ ਸੀਟਸ ਕ੍ਰੀਏਟ ਕੀਤੀਆਂ ਜਾਣ ਬੱਚਿਆਂ ਵਾਸਤੇ ਕਿ ਉਹ ਇੱਥੇ ਹੀ ਪੜ੍ਹਨ, ਹੋਰ ਯੂਨੀਵਰਸਿਟੀਜ਼ ਦੇ ਵਿੱਚ ਉਹ ਇੱਥੇ ਆਪਣੀ ਡਿਗਰੀ ਲੈ ਕੇ, ਆਪਣੀ ਰੈਜ਼ੀਡੈਂਸੀ ਕਰਕੇ ਜਾਂ ਹੋਰ ਜਿਹੜੀ ਵੀ ਉਹਨਾਂ ਦੀ ਰਿਕੁਆਇਰਡ ਕੁਆਲੀਫਿਕੇਸ਼ਨ ਉਹ ਪੂਰੀ ਕਰਕੇ ਕੈਨੇਡੀਅਨ ਮਾਰਕੀਟ ਦੇ ਵਿੱਚ ਹੀ ਉਹ ਰਹਿਣ। ਹੁਣ ਜੇਕਰ ਬੱਚੇ ਇੱਥੇ ਘੱਟ ਹੋਣਗੇ, ਜੇਕਰ ਸੀਟਸ ਪੂਰੀਆਂ ਨਹੀਂ ਹੋਣਗੀਆਂ ਤਾਂ ਅਸੀਂ ਇਮੀਗ੍ਰੇਸ਼ਨ ਤਾਂ ਕਰੀ ਜਾ ਰਹੇ ਹੈਗੇ ਹਾਂ। ਹੁਣ ਸਰੀ ਦਾ ਹੀ ਅਸੀਂ ਗੱਲ ਕਰ ਲਈਏ ਕਿ ਇੱਥੇ ਇੰਨੀ ਆਬਾਦੀ ਵੱਧ ਗਈ ਪਿਛਲੇ 5 ਸਾਲਾਂ 'ਚ, ਲੇਕਿਨ ਇੱਕੋ ਹੀ ਹਸਪਤਾਲ ਹੈਗਾ, 12-12 ਘੰਟੇ ਤੱਕ ਲੋਕਾਂ ਨੂੰ ਵੇਟ ਕਰਨਾ ਪੈਂਦਾ ਹੈਗਾ ਐਮਰਜੈਂਸੀ ਰੂਮ ਦੇ ਵਿੱਚ। ਜੀ ਸੇਮ ਹਾਲ ਇੱਧਰ ਹੈ ਜੀ, ਸੇਮ ਬ੍ਰੈਂਪਟਨ ਸਾਈਡ ਵੀ ਤੁਹਾਡਾ ਉਹੀ ਹਾਲ ਹੈਗਾ। ਸੋ ਸਾਰੇ ਪਾਸੇ ਵਰਚੁਅਲੀ ਉਹੀ ਗੱਲ ਚੱਲ ਰਹੀ ਹੈਗੀ ਹੈ। ਸੋ ਅਮਰਿੰਦਰ ਜੀ, ਇਹਦੇ ਵਾਸਤੇ ਇਹਨਾਂ ਨੂੰ ਪ੍ਰੈਕਟੀਕਲ ਸਟੈਪਸ ਲੈਣੇ ਪੈਣਗੇ। ਸਟੇਟਮੈਂਟਸ ਨਾਲ ਗੱਲ ਨਹੀਂ ਬਣਨੀ ਕਿ ਜੀ ਸਾਡੇ ਮੈਡੀਕਲ ਵਰਕਰਸ ਬਰਨਟ ਆਊਟ ਹੈਗੇ ਨੇ, ਉਹਨਾਂ ਦੀ ਘਾਟ ਹੈਗੀ ਹੈ, ਉਹ ਪੂਰੀ ਕਰਨ ਵਾਸਤੇ ਸਰਕਾਰ ਨੂੰ ਗਰਾਊਂਡ ਲੈਵਲ 'ਤੇ ਕੰਮ ਕਰਨਾ ਪਏਗਾ। ਅਤੇ ਫਸਟ ਲੈਵਲ ਦੇ ਉੱਤੇ ਕੰਮ ਇਹੀ ਹੈਗਾ ਕਿ ਬੱਚਿਆਂ ਵਾਸਤੇ ਸੀਟਸ ਵਧਾਓ, ਇੱਥੇ ਬੱਚੇ ਪੜ੍ਹਨ, ਇੱਥੇ ਹੀ ਸੈਟਲ ਹੋਣ ਅਤੇ ਇੱਥੇ ਹੀ ਆਪਣੇ ਡਾਕਟਰਸ, ਨਰਸਿਸ ਜਿਹੜੇ ਹੈਗੇ ਨੇ ਆਪਣੇ ਹਸਪਤਾਲਾਂ ਵਿੱਚ ਕੰਮ ਕਰਨ। ਦੂਸਰੀ ਗੱਲ ਆ ਜਾਂਦੀ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਅਸੀਂ ਲੋਕਾਂ ਦੀ ਇਮੀਗ੍ਰੇਸ਼ਨ ਕਰਾ ਰਹੇ ਹਾਂ, ਉਹਦੇ 'ਚ ਬਹੁਤ ਸਾਰੇ ਪ੍ਰੋਫੈਸ਼ਨਲ ਲੋਕ ਆ ਰਹੇ ਨੇ। And again, majority of them do not go in the field in which they are experts. So ਡਾਕਟਰਸ ਦਾ ਹੀ ਤੁਸੀਂ ਜ਼ਿਕਰ ਕਰ ਲਓ। ਅਗੇਨ ਇਹ ਹਾਸੇ ਵਾਲੀ ਗੱਲ ਨਹੀਂ ਹੈਗੀ। ਆਮ ਤੌਰ 'ਤੇ ਅਸੀਂ ਸੁਣਿਆ ਕਿ ਜੀ ਰੱਬ ਨਾ ਕਰੇ ਕਿਸੇ ਨੂੰ ਹਾਰਟ ਅਟੈਕ ਹੋ ਜਾਏ ਘਰ ਦੇ ਵਿੱਚ ਜਾਂ ਹਸਪਤਾਲ ਵਿੱਚ, ਟੈਕਸੀ ਵਿੱਚ ਹੋ ਜਾਏ, ਕਿਉਂਕਿ ਸ਼ਾਇਦ ਉਸ ਦੀ ਜਾਨ ਬਚ ਜਾਏ ਕਿ ਜਿਹੜਾ ਚਲਾ ਰਿਹਾ ਹੋਏਗਾ ਉਹ ਡਾਕਟਰ ਹੋਏਗਾ। ਸੋ ਇਹ ਚੀਜ਼ਾਂ ਹਾਸੇ ਵਾਲੀਆਂ ਲੱਗਦੀਆਂ ਨੇ, ਲੇਕਿਨ ਹਕੀਕਤ ਹੈਗੀ ਕਿ ਉਹੀ ਬੰਦੇ ਨੂੰ ਜੇਕਰ ਤੁਸੀਂ ਉਸ ਦੀ ਅਪਗ੍ਰੇਡੇਸ਼ਨ ਕਰੋ, ਉਸੀ ਫੀਲਡ ਵਿੱਚ ਜਾਵੇ, ਅਸਿਸਟੈਂਟ ਬਣ ਜਾਏ ਉਹ ਡਾਕਟਰ ਦਾ, ਜਾਂ ਕੋਈ ਵੀ ਤੁਸੀਂ ਇੱਕ ਐਸਾ ਸਿਸਟਮ ਕ੍ਰੀਏਟ ਕਰੋ ਕਿ ਜੇਕਰ ਤੁਹਾਡੀ ਸਿਰਦਰਦ ਵੀ ਹੈ ਤੁਹਾਨੂੰ ਜਾਣਾ ਨਾ ਪਵੇ ਐਮਰਜੈਂਸੀ ਰੂਮ ਵਿੱਚ। ਛੋਟੇ ਤੁਸੀਂ ਮੈਡੀਕਲ ਸੈਂਟਰਸ ਖੋਲੋ ਜਿੱਥੇ ਕਿ ਛੋਟੀ ਪ੍ਰੋਬਲਮਸ ਵਾਸਤੇ ਲੋਕ ਹੋਣ, ਉੱਥੇ ਇਹ ਇੰਟਰਨੈਸ਼ਨਲੀ ਟ੍ਰੇਨਡ ਡਾਕਟਰਸ ਨੂੰ ਵੱਡੇ ਡਾਕਟਰ ਨਾਲ ਇੱਥੋਂ ਦੇ ਜਿਹੜਾ ਹੈਗਾ ਲਾਇਆ ਜਾਏ, ਉਹਨਾਂ ਨੂੰ ਟ੍ਰੇਨਿੰਗ ਮਿਲੇ ਅਤੇ ਉਸ ਤੋਂ ਬਾਅਦ ਉਹ ਫਰਦਰ ਐਕਸਪੀਰੀਅੰਸ ਲੈ ਕੇ ਪ੍ਰੈਕਟੀਕਲ ਟੈਸਟ ਦੇ ਕੇ, ਮੈਂ ਨਹੀਂ ਕਹਿੰਦਾ ਕਿ ਸਟੈਂਡਰਡ ਘਟਾਇਆ ਜਾਏ, ਸਟੈਂਡਰਡ ਉਹੀ ਮੇਨਟੇਨ ਰੱਖਿਆ ਜਾਏ, ਲੇਕਿਨ ਇਹਨਾਂ ਲੋਕਾਂ ਨੂੰ ਮੌਕਾ ਦਿੱਤਾ ਜਾਏ। ਤੁਹਾਨੂੰ ਮੈਨੂੰ ਹੁਣ ਮੈਡੀਸਨ ਦਾ ਕੀ ਪਤਾ ਹੋਏਗਾ, ਅਤੇ ਜਿਹੜਾ ਬੰਦਾ ਮੈਡੀਸਨ ਪੜ੍ਹ ਕੇ ਆਇਆ, ਜਿੱਥੋਂ ਮਰਜ਼ੀ ਕਰਕੇ ਆਇਆ, ਉਹਨੂੰ ਐਟਲੀਸਟ ਬੇਸਿਕ ਨੌਲੇਜ ਤਾਂ ਹੋਏਗੀ। ਸੋ ਹੀਲ ਬੀ ਐਨ ਐਸੈਟ ਟੂ ਦਾ ਕੰਟਰੀ, ਐਂਡ ਉਹਦੇ ਨਾਲ ਥੋੜ੍ਹਾ ਜਿਹਾ ਬਰਡਨ ਜਿਹੜਾ ਸਾਡਾ ਪੈ ਰਿਹਾ ਹੈਗਾ ਸਿਰਫ ਐਮਰਜੈਂਸੀ ਰੂਮਸ 'ਤੇ, ਉਹ ਘਟੇਗਾ। ਸੋ ਇਹ ਛੋਟੀਆਂ ਚੀਜ਼ਾਂ ਨੇ ਜਿੱਥੇ ਕਿ ਜਿਹੜੀ ਵੀ ਸਰਕਾਰ ਹੈਗੀ ਉਸਨੂੰ ਸੋਚਣਾ ਪਏਗਾ ਅਤੇ ਗਰਾਊਂਡ ਲੈਵਲ ਤੋਂ ਕੰਮ ਕਰਨਾ ਪਏਗਾ। ਉਸ ਤੋਂ ਬਾਅਦ ਬਾਕੀ ਜਿਹੜੇ ਸਟੈਪਸ ਹੈਗੇ ਨੇ ਉਹ ਲੈਣੇ ਪੈਣਗੇ ਜੀ। ਜੀ ਬਿਲਕੁਲ। ਓਨਟਾਰੀਓ ਦੇ ਵਿੱਚ ਵੀ ਹਰਪ੍ਰੀਤ ਜੀ, ਮੈਂ ਤੁਹਾਨੂੰ ਤੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਇੱਥੇ ਓਨਟਾਰੀਓ ਗਵਰਨਮੈਂਟ ਨੇ ਜਿਹੜੀਆਂ ਇੰਟਰਨੈਸ਼ਨਲ ਨਰਸਿਸ ਨੇ ਉਹਨਾਂ ਦੀ ਐਂਟਰੀ ਦੇ ਲਈ ਉਹਨਾਂ ਨੇ ਅਲਾਉ ਕੀਤਾ ਨਰਸਿੰਗ ਐਸੋਸੀਏਸ਼ਨ ਦੇ ਨਾਲ ਗੱਲ ਕਰਕੇ ਕਿ 2 ਸਾਲ ਦੇ ਵਿੱਚ ਉਹ ਐਨਕਲੈਕਸ ਦਾ ਟੈਸਟ ਕਲੀਅਰ ਕਰ ਸਕਦੇ ਨੇ ਅਤੇ ਆਪਣੇ ਪੇਪਰ ਜਿਹੜੇ ਉਹਨਾਂ ਦੇ ਨੇ ਐਜ਼ ਰਜਿਸਟਰਡ ਨਰਸ ਉਹ ਸਾਨੂੰ ਦਿਖਾ ਕੇ ਅਪਰੂਵ ਕਰਵਾ ਕੇ ਅਤੇ ਉਹ ਇੱਥੇ 2 ਸਾਲ ਕੰਮ ਕਰਨ। 2 ਸਾਲਾਂ ਦੇ ਵਿੱਚ ਉਹ ਐਨਕਲੈਕਸ ਦਾ ਟੈਸਟ ਉਹਨਾਂ ਨੂੰ ਕਲੀਅਰ ਕਰਨਾ ਜ਼ਰੂਰੀ ਹੋਊਗਾ। ਅਦਰਵਾਈਜ਼ ਪਹਿਲਾਂ ਹੁੰਦਾ ਸੀ ਕਿ ਐਨਕਲੈਕਸ ਦਾ ਟੈਸਟ ਕਲੀਅਰ ਕਰਨਾ ਹੁੰਦਾ ਸੀ, ਉਸ ਤੋਂ ਬਾਅਦ ਇੱਥੇ ਇੰਟਰਨੈਸ਼ਨਲ ਨਰਸ ਕੋਈ ਕੰਮ ਕਰ ਸਕਦੇ ਸੀ। ਦੂਜਾ, ਇੱਥੇ ਪਰਸਨਲ ਸਪੋਰਟ ਵਰਕਰ ਦਾ ਕੋਰਸ ਬਹੁਤ ਸਾਰੇ ਲੋਕਾਂ ਨੂੰ ਫ੍ਰੀ ਦੇ ਵਿੱਚ ਕਰਵਾਇਆ ਗਿਆ ਤਾਂ ਕਿ ਇੱਕ ਸਪੋਰਟ ਮਿਲ ਸਕਿਆ। ਪਰ
ਉਹਦੇ ਨਾਲ ਦੀ ਨਾਲ ਜਿਹੜੀਆਂ ਚੀਜ਼ਾਂ ਦੇ ਚੈਲੰਜਸ ਆ ਰਹੇ ਨੇ ਕਿ ਕਈ ਐਮਰਜੈਂਸੀ ਰੂਮਸ ਬੰਦ ਹੋ ਗਏ ਨੇ ਜੀ, ਕਈ ਲੋਕਾਂ ਨੂੰ ਜਿੱਦਾਂ ਤੁਸੀਂ ਦੱਸਿਆ ਕਿ 12-12 ਘੰਟੇ ਵੇਟ ਕਰਨਾ ਪੈਂਦਾ, ਉੱਦਾਂ ਦੀਆਂ ਵੀ ਖਬਰਾਂ ਨਾਲ-ਨਾਲ ਚੱਲੀ ਜਾ ਰਹੀਆਂ ਨੇ। ਮੇ ਬੀ ਵਿਦ ਦ ਪੈਸੇਜ ਆਫ ਟਾਈਮ ਕੁਝ ਠੀਕ ਹੋਵੇ, ਪਰ ਹਾਲਾਤ ਹਜੇ ਤੱਕ ਹੈਲਥ ਸਿਸਟਮ ਦੇ ਨਾਜ਼ੁਕ ਨੇ। ਤੇ ਦੂਜੇ ਪਾਸੇ ਮਾਈਕਲ ਟੂਬੋਲੋ ਜਿਹੜੇ ਓਨਟਾਰੀਓ ਦੇ ਮਿਨਿਸਟਰ ਆਫ ਮੈਂਟਲ ਹੈਲਥ ਨੇ, ਉਹ ਜਦੋਂ ਭਾਰਤ ਗਏ ਨੇ ਜੀ ਪ੍ਰਵਾਸੀ ਭਾਰਤੀ ਸੰਮੇਲਨ ਦੇ ਵਿੱਚ ਜਿਹੜਾ ਪਿੱਛੇ ਹੋ ਕੇ ਹਟਿਆ ਆ, ਉਹਦੇ ਵਿੱਚ ਉਹ ਜਾਂਦੇ ਨੇ ਤੇ ਉੱਥੇ ਉਹ ਸਿਸਟਮ ਦੇਖਦੇ ਨੇ ਇੰਡੀਆ ਦਾ। ਉਹ ਕਹਿੰਦੇ ਵੀ ਐਜ਼ ਆਲਟਰਨੇਟ ਸਿਸਟਮ ਆਯੁਰਵੇਦਾ ਨੂੰ ਸ਼ਾਇਦ ਅਸੀਂ ਕੋਈ ਨਾ ਕੋਈ ਕਿਸੇ ਰਾਊਟ ਦੇ ਥਰੂ ਕੈਨੇਡਾ ਦੇ ਵਿੱਚ ਲੈ ਆਈਏ ਤਾਂ ਜੋ ਲੋਕਾਂ ਨੂੰ ਹਸਪੀਟਲ ਜਾਣਾ ਹੀ ਘੱਟ ਪਿਆ ਕਰੇ। ਸੋ ਆਲਟਰਨੇਟ ਰਾਊਟਸ ਵੀ ਗਵਰਨਮੈਂਟ ਨੂੰ ਲੱਭਣ ਦੀ ਬਹੁਤ ਲੋੜ ਹੈ, ਕਿਉਂਕਿ ਆਯੁਰਵੇਦਾ ਨੂੰ ਹਜੇ ਤੱਕ ਇੱਥੇ ਮਾਨਤਾ ਨਹੀਂ ਦਿੱਤੀ ਗਈ ਕੈਨੇਡਾ ਦੇ ਵਿੱਚ, ਜਦਕਿ ਹੋਮੋਪੈਥੀ ਨੂੰ ਸ਼ਾਇਦ ਇੱਥੇ ਮਾਨਤਾ ਹੈਗੀ ਹੈ ਜੀ, ਜਾਂ ਚਾਈਨੀਜ਼ ਸਿਸਟਮ ਨੂੰ ਵੀ ਮਾਨਤਾ ਹੈਗੀ ਹੈ ਜੀ। ਸੋ ਕਈ ਤਰੀਕੇ ਨੇ ਜੀ, ਜੇ ਗਵਰਨਮੈਂਟ ਸਿੰਸੀਅਰ ਹੋਵੇ ਤਾਂ ਜ਼ਰੂਰ ਸੋਚ ਕੇ ਕੁਛ ਨਾ ਕੁਛ ਕਰ ਸਕਦੀ ਹੈ। ਬਿਲਕੁਲ ਜੀ, ਤੁਸੀਂ ਸਹੀ ਕਿਹਾ। ਇਹ ਪੁਆਇੰਟ ਬੜਾ ਇੰਪੋਰਟੈਂਟ ਤੁਸੀਂ ਟੱਚ ਕੀਤਾ ਹੈ ਅਮਰਿੰਦਰ ਜੀ, ਕਿਉਂਕਿ ਅਸਲ ਵਿੱਚ ਕਈ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਨੇ ਜੀ ਆਪਣੇ ਪੱਧਰ ਦੇ ਉੱਤੇ ਹੁਣ ਇਹ ਕੰਮ ਕਰ ਰਹੀਆਂ ਨੇ ਕਿ ਲੋਕਾਂ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਲਈ ਸੈਮੀਨਾਰਸ ਕੀਤੇ ਜਾ ਰਹੇ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ। ਖਾਸ ਤੌਰ 'ਤੇ ਅਸੀਂ ਦੇਖਦੇ ਹਾਂ ਯੂਨੀਵਰਸਿਟੀ ਆਫ ਵਿਕਟੋਰੀਆ ਇੱਥੇ ਹੈਗੀ ਹੈ ਸਾਡੀ, ਉਹਦੇ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਗਿਆ, ਇੱਕ ਆਈਕਨ ਪ੍ਰੋਜੈਕਟ ਚਲਾਇਆ ਜਾ ਰਿਹਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ, ਜਿਹਦੇ ਵਿੱਚ ਕਿ ਲੋਕਾਂ ਨੂੰ ਐਕਸਪਰਟ ਸਾਰੇ ਬੁਲਾ ਕੇ ਦੱਸਿਆ ਜਾਂਦਾ ਹੈ ਕਿ ਜੀ ਤੁਹਾਡੀ ਸਿਹਤ ਨੂੰ ਠੀਕ ਕਿਵੇਂ ਰੱਖੋ, ਤੁਸੀਂ ਕ੍ਰੋਨਿਕ ਪ੍ਰੋਬਲਮਸ ਜਿਹੜੀਆਂ ਤੁਹਾਡੀਆਂ ਹੈਗੀਆਂ ਨੇ, ਐਂਗਜ਼ਾਈਟੀ ਹੈ, ਸਟ੍ਰੈਸ ਹੈ, ਉਹਦੇ ਵਿੱਚ ਕਿਵੇਂ ਛੋਟੇ-ਛੋਟੇ ਸਟੈਪਸ ਲੈ ਕੇ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹੋ। ਸੋ ਇਹ ਯੂਨੀਵਰਸਿਟੀ ਪੱਧਰ ਦੇ ਉੱਤੇ ਕੰਮ ਚੱਲ ਰਿਹਾ, ਪਰ ਜੇਕਰ ਗਵਰਨਮੈਂਟ ਲੈਵਲ ਦੇ ਉੱਤੇ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਆਲਟਰਨੇਟਿਵ ਮੈਡੀਸਿਨਸ ਦਾ ਜਿਹੜਾ ਅਸੀਂ ਜ਼ਿਕਰ ਕਰਨੇ ਆ, ਉਹਨਾਂ ਦੀ ਰੈਗੂਲੇਟਡ ਐਨਵਾਇਰਨਮੈਂਟ ਵਿੱਚ ਇਹਨਾਂ ਨੂੰ ਇੱਥੇ ਲਿਆਂਦਾ ਜਾਏ ਤਾਂ ਡੈਫੀਨਿਟਲੀ ਬਹੁਤ ਸਾਰੇ ਲੋਕ ਜਿਹੜੇ ਨੇ ਇਹਨਾਂ ਆਲਟਰਨੇਟਿਵ ਸੋਰਸਿਸ ਆਫ ਮੈਡੀਸਿਨ ਜਿਹੜਾ ਹੈ ਇਹਦਾ ਬੈਨੀਫਿਟ ਲੈ ਸਕਦੇ ਹੈਗੇ ਨੇ ਜੀ। ਤੇ ਇਹਦੇ ਨਾਲ ਹੀ ਚੀਨ ਦੀ ਗੱਲ ਛਿੜੀ ਸੀ। ਅਸੀਂ ਚੀਨ ਦਾ ਮੁੱਦਾ ਛੇੜੇ ਬਿਨਾਂ ਰਹਿ ਨਹੀਂ ਸਕਦੇ ਇਸ ਪ੍ਰੋਗਰਾਮ 'ਚ, ਕਿਉਂਕਿ ਲੋਕੀ ਬਹੁਤ ਜੁੜੇ ਹੋਏ ਨੇ ਜੀ। ਸੋ ਕੀ ਹਾਲ ਚਾਲ ਹੈ ਜੀ ਚਾਈਨਾ ਦਾ ਇੰਟਰਫੇਰੈਂਸ ਦਾ? ਦੇਖੋ ਜੀ, ਚਾਈਨਾ ਦੀ ਇੰਟਰਫੇਰੈਂਸ ਦਾ ਇੱਕ ਨਮੂਨਾ ਸਾਡੇ ਸਾਹਮਣੇ ਪੇਸ਼ ਇਹ ਹੋ ਗਿਆ ਕਿ ਲਿਬਰਲ ਇੱਕ ਮੈਂਬਰ ਪਾਰਲੀਮੈਂਟ ਹੈਗੇ ਨੇ, ਉਹਨਾਂ ਨੂੰ ਰਿਜ਼ਾਈਨ ਕੀਤਾ ਹੈ ਕਾਕਸ ਤੋਂ, ਤੇ ਹੁਣ ਉਹ ਇੰਡੀਪੈਂਡੈਂਟ ਵਜੋਂ ਬੈਠਣਗੇ, ਕਿਉਂਕਿ ਉਹਨਾਂ ਦੇ ਦੋਸ਼ ਹੈਗਾ ਕਿ ਉਹ ਚਾਈਨਾ ਦੇ ਨਾਲ ਰਲ ਕੇ ਜਿਹੜਾ ਹੈਗਾ ਇੱਥੇ ਕੈਨੇਡਾ ਵਿੱਚ ਕੰਮ ਕਰ ਰਹੇ ਸਨ। ਪਰ ਮੈਨੂੰ ਅਗੇਨ ਹੈਰਾਨੀ ਹੁੰਦੀ ਹੈ ਕਿ ਕਾਕਸ ਤੋਂ ਬਾਹਰ ਨਿਕਲ ਗਏ। ਹੁਣ ਕਾਕਸ ਕੀ ਹੁੰਦਾ ਜੀ, ਜਿਸ ਤਰ੍ਹਾਂ ਲਿਬਰਲ ਪਾਰਟੀ ਹੈਗੀ ਹੈ, ਲਿਬਰਲ ਐਮਪੀਜ਼ ਹੈਗੇ ਨੇ, ਉਹਨਾਂ ਦਾ ਇੱਕ ਗਰੁੱਪ ਹੁੰਦਾ ਜਿਸ ਨੂੰ ਕਿ ਕਾਕਸ ਕਿਹਾ ਜਾਂਦਾ ਹੈਗਾ, ਤੇ ਜੇਕਰ ਕੁਝ ਗੜਬੜ ਹੁੰਦੀ ਹੈ ਤੇ ਜੀ ਉਹ ਆਪਣੇ ਕਾਕਸ ਤੋਂ ਉਸ ਵਿਅਕਤੀ ਨੂੰ ਬਾਹਰ ਕੱਢ ਦਿੰਦੇ ਨੇ, ਜੋ ਕਿ ਇਸ ਮੈਂਬਰ ਪਾਰਲੀਮੈਂਟ ਨਾਲ ਜਿਹੜੇ ਕਿ ਓਨਟਾਰੀਓ ਦੇ ਹੀ ਹੈਗੇ ਨੇ ਜੀ, ਚਾਈਨੀਜ਼ ਹੈਗੇ ਨੇ ਉਹ, ਮੈਂ ਨਾਂ ਉਹਨਾਂ ਦਾ ਮੇਰੇ ਦਿਮਾਗ 'ਚੋਂ ਨਿਕਲ ਰਿਹਾ ਹੈਗਾ। ਉਹਨਾਂ ਨੇ ਕੱਲ੍ਹ ਹੀ ਜੋ ਹੈ ਅਸਤੀਫਾ ਦਿੱਤਾ ਹੈ ਕਾਕਸ ਤੋਂ। ਹੁਣ ਦੂਸਰੇ ਪਾਸੇ ਕਾਕਸ ਤੋਂ ਬਾਹਰ ਨਿਕਲ ਗਏ, ਪਰ ਫਿਰ ਵੀ ਉਹ ਐਜ਼ ਮੈਂਬਰ ਪਾਰਲੀਮੈਂਟ ਬੈਠਣਗੇ ਪਾਰਲੀਮੈਂਟ ਦੇ ਵਿੱਚ। ਇੱਥੋਂ ਦੇ ਕਾਨੂੰਨ ਅਗੇਨ ਥੋੜ੍ਹਾ ਜਿਹਾ ਹਾਸੋਹੀਣੇ ਹੈਗੇ ਨੇ ਕਿ ਇੱਕ ਵਿਅਕਤੀ ਜਿਸ ਦੀ ਕਿ ਇਨਵੋਲਵਮੈਂਟ ਕਿਸੇ ਉਸ ਚੀਜ਼ ਵਿੱਚ ਜਗ ਜ਼ਾਹਰ ਹੋ ਰਹੀ ਹੈਗੀ ਹੈ, ਕਿਉਂ ਨਹੀਂ ਉਸ ਨੂੰ ਆਪਣੇ ਪਦ ਤੋਂ ਅਸਤੀਫਾ ਦੇਣ ਲਈ ਕਿਹਾ ਜਾਂਦਾ ਹੈਗਾ, ਉਸ ਦੇ ਖਿਲਾਫ ਇਨਕੁਆਇਰੀ ਹੋਵੇ, ਜੇਕਰ ਉਹ ਸਾਫ਼ ਨਿਕਲਦਾ ਤਾਂ ਉਸ ਤੋਂ ਬਾਅਦ ਵਾਪਸ ਆ ਕੇ ਬੈਠੇ, ਕਿਉਂਕਿ ਆਮ ਤੌਰ 'ਤੇ ਅਸੀਂ ਕਹਿੰਦੇ ਜੀ ਮੋਰਲ ਗਰਾਊਂਡਸ ਦੇ ਉੱਤੇ ਜਦੋਂ ਕੋਈ ਇਨਕੁਆਇਰੀ ਹੋਏ ਤਾਂ ਉਸ ਵਿਅਕਤੀ ਨੂੰ ਛੱਡ ਦੇਣਾ ਚਾਹੀਦਾ ਆਪਣਾ ਪਦ। ਪਰ ਮੋਰੈਲਿਟੀ ਹੁਣ ਬਹੁਤ ਪਿੱਛੇ ਰਹਿ ਗਈ ਜੀ ਸਾਰੇ ਮੁਲਕਾਂ 'ਚ। ਅਸੀਂ ਕਹਿੰਦੇ ਤਾਂ ਜ਼ਰੂਰ ਹਾਂ, ਇਹ ਵੀ ਮੁਲਕ ਕਿਤੇ ਪਿੱਛੇ ਨਹੀਂ ਭਾਰਤ ਨਾਲੋਂ। ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਲੈਣਾ ਚਾਹੀਦਾ ਸੀ ਸਟਰੋਂਗ ਐਕਸ਼ਨ, ਲੇਕਿਨ ਉਹਨਾਂ ਨੇ ਕੋਈ ਅਜੇ ਤੱਕ ਕੋਈ ਐਸੀ ਗੱਲ ਨਹੀਂ ਕਹੀ। ਜਿੱਥੇ ਫੋਰਨ ਰਜਿਸਟਰੀ ਦੇ ਬਾਰੇ ਕਿਹਾ ਜਾ ਰਿਹਾ, ਪਰ ਜਿਹੜੀ ਇਨਕੁਆਇਰੀ ਦੀ ਮੰਗ ਕੀਤੀ ਜਾ ਰਹੀ ਹੈ ਆਪੋਜੀਸ਼ਨ ਪਾਰਟੀਜ਼ ਵੱਲੋਂ ਕਿ ਇਸ ਦੀ ਇੱਕ ਪਬਲਿਕ ਇਨਕੁਆਇਰੀ ਕੀਤੀ ਜਾਏ, ਉਹ ਅਜੇ ਤੱਕ ਨਹੀਂ ਬੈਠੀ। ਤਕਰੀਬਨ 3 ਹਫ਼ਤੇ ਹੋ ਗਏ ਨੇ ਇਸ ਗੱਲ ਦੇ ਉੱਤੇ, ਕਾਫੀ ਚਰਚਾ ਕੈਨੇਡਾ ਵਿੱਚ ਚੱਲ ਰਹੀ ਹੈ। ਈਵਨ ਮਿਊਨਿਸਪਲ ਲੈਵਲ ਦੇ ਉੱਤੇ ਵੀ ਚਾਈਨੀਜ਼ ਜੋ ਇੰਟਰਫੇਰੈਂਸ ਹੈ ਉਸ ਦੇ ਬਾਰੇ ਅਸੀਂ ਪਿਛਲੇ ਪ੍ਰੋਗਰਾਮ ਵਿੱਚ ਵੀ ਗੱਲਬਾਤ ਕੀਤੀ ਹੈਗੀ ਸੀ, ਲੇਕਿਨ ਉਹ ਗੱਲਾਂ ਸਿਰਫ ਅਸੀਂ ਡਿਸਕਸ਼ਨ ਰਹਿ ਜਾਂਦੀ ਸਾਡੀ ਮੀਡੀਆ ਦੇ ਵਿੱਚ ਹੀ, ਪਰ ਸਰਕਾਰੀ ਤੌਰ ਦੇ ਉੱਤੇ ਕੋਈ ਅਜੇ ਤੱਕ ਐਕਸ਼ਨ ਨਹੀਂ ਲਿਆ ਗਿਆ। ਸੋ ਮੈਂ ਆਸ ਕਰਦਾ ਕਿ ਇਸ ਉੱਤੇ ਸਟਰੋਂਗ ਐਕਸ਼ਨ ਲਿਆ ਜਾਏ, ਕਿਉਂਕਿ ਇੰਟਰਫੇਰੈਂਸ ਆਫ ਐਨੀ ਕਾਈਂਡ ਬਾਈ ਐਨੀ ਗਵਰਨਮੈਂਟ ਇਹ ਐਕਸੈਪਟੇਬਲ ਨਹੀਂ ਹੈਗੀ। ਇਹ ਵੀ ਰਿਪੋਰਟਸ ਆਈਆਂ ਨੇ, ਹੁਣੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇੱਕ ਰਿਪੋਰਟ ਕੱਢੀ ਹੈ ਜਿਹਦੇ 'ਚ ਕਿਹਾ ਗਿਆ ਕਿ ਭਾਰਤੀ ਸਰਕਾਰ ਜਿਹੜੀ ਹੈਗੀ ਹੈ ਉਹ ਇੰਟਰਫੇਅਰ ਕਰ ਰਹੀ ਹੈ ਕੈਨੇਡਾ ਦੇ ਅਫੇਅਰਸ ਦੇ ਵਿੱਚ। ਸੋ ਇਹ ਜਿਹੜੀ ਪਾਰਟੀਸ਼ਨ ਜਿਹੜੀਆਂ ਗੱਲਾਂ ਜਦੋਂ ਹੁੰਦੀਆਂ ਨੇ, ਇਹਦੇ ਉੱਤੇ ਡੈਫੀਨਿਟਲੀ ਇਨਕੁਆਇਰੀ ਪਬਲਿਕ ਹੋਣੀ ਚਾਹੀਦੀ ਹੈ ਤਾਂ ਕਿ ਜਗ ਜ਼ਾਹਰ ਹੋ ਸਕੇ ਕਿ ਸੱਚਾਈ ਕੀ ਹੈਗੀ ਹੈ, ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਉਹ ਸਾਹਮਣੇ ਹੋਣਾ ਚਾਹੀਦਾ ਹੈ ਜੀ। ਉਹਨਾਂ ਦਾ ਨਾਮ ਹੈਂਗਡੋਂਗ ਸੀਗਾ ਜੀ। ਜਦੋਂ ਆਪਾਂ ਗੱਲਾਂ ਕਰ ਰਹੇ ਹਾਂ ਤਾਂ ਮੈਂ ਸਰਚ ਕਰ ਲਿਆ ਆ ਜੀ। ਤੇ ਹਰਪ੍ਰੀਤ ਜੀ, ਇਹਦੇ ਨਾਲ ਇੱਕ ਬੜੀ ਚਿੰਤਾ ਦਾ ਵਿਸ਼ਾ ਉੱਭਰ ਕੇ ਸਾਹਮਣੇ ਆ ਰਿਹਾ। ਅਖੀਰਲਾ
ਐਸਬੈਸਟੋਸ ਦਾ ਪੀਣ ਵਾਲੇ ਪਾਣੀ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਸਿੱਧਾ ਟੂਟੀਆਂ ਤੋਂ ਪਾਣੀ ਪੀਂਦੇ ਨੇ, ਹਜੇ ਵੀ ਫਿਲਟਰ ਨਹੀਂ ਜੀ। ਕਰਦੇ। ਉਹਦੇ ਬਾਰੇ ਜ਼ਰੂਰ ਜਾਗਰੂਕ ਕਰਿਓ ਜੋ ਕੀ ਚੀਜ਼ ਹੈ ਔਰ ਕਿੱਦਾਂ ਨੁਕਸਾਨ ਕਰਦੀ ਹੈ। ਜੀ। ਸੋ ਐਸਬੈਸਟਸ ਜਿਹੜਾ ਹੈਗਾ ਨਾ ਜੀ, ਇਹ ਕੈਨੇਡਾ ਵਿੱਚ ਬਹੁਤ ਜ਼ਿਆਦਾ ਵਰਤਾ ਗਿਆ ਹੈਗਾ ਹੈ। ਪਹਿਲਾਂ ਕੀ ਹੁੰਦਾ ਸੀ, ਜਦੋਂ ਜਿਹੜੀਆਂ ਬਿਲਡਿੰਗਸ ਬਣਦੀਆਂ ਹੈਗੀਆਂ ਨੇ ਸਾਡੀਆਂ, ਉਹਦੇ ਵਿੱਚ ਐਸਬੈਸਟਸ ਦਾ ਇਸਤੇਮਾਲ ਕੀਤਾ ਜਾਂਦਾ ਸੀ। ਪਰ ਈਵਨ ਐਸਬੈਸਟਸ ਜੋ ਹੈ ਇੱਥੋਂ ਕੈਨੇਡਾ ਤੋਂ ਐਕਸਪੋਰਟ ਵੀ ਕੀਤਾ ਜਾਂਦਾ ਸੀ। ਕਿਊਬੈਕ ਵਿੱਚ, ਓਨਟਾਰੀਓ ਦੀ ਕਈ ਥਾਵਾਂ ਦੇ ਵਿੱਚ ਮਾਈਨਸ ਹੈਗੀਆਂ ਨੇ ਐਸਬੈਸਟਸ ਦੀਆਂ, ਉਹ ਹੁਣ ਬੰਦ ਕਰ ਦਿੱਤੀਆਂ ਗਈਆਂ ਨੇ। ਲੇਕਿਨ ਜ਼ਿਆਦਾਤਰ ਪਹਿਲਾਂ ਘਰਾਂ ਦੀ ਉਸਾਰੀ ਦੇ ਵਿੱਚ ਐਸਬੈਸਟਸ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਸੀ। ਹੁਣ ਸਰਕਾਰਾਂ ਜਿਹੜੀਆਂ ਨੇ ਉਹ ਚੇਤਨ ਹੋਈਆਂ ਨੇ, ਸਰਕਾਰਾਂ ਨੇ ਬੈਨ ਕੀਤਾ ਐਸਬੈਸਟਸ ਦਾ ਇਸਤੇਮਾਲ। ਲੇਕਿਨ ਜਿਹੜੀਆਂ ਗਰਾਊਂਡ ਵਾਟਰ ਪਾਈਪਸ ਹੈਗੀਆਂ ਨੇ ਜੀ, ਇੱਕ ਹਾਲ ਹੀ ਵਿੱਚ ਰਿਪੋਰਟ ਆਈ ਹੈਗੀ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਵੱਡੀ ਤਾਦਾਦ ਦੇ ਵਿੱਚ ਪੂਰੇ ਕੈਨੇਡਾ ਤੇ ਭਾਰਤ ਵਿੱਚ ਇਹ ਜਿਹੜੀਆਂ ਵਾਟਰ ਪਾਈਪਸ ਹੈਗੀਆਂ ਨੇ, ਜਿਨ੍ਹਾਂ ਦੇ ਰਾਹੀਂ ਸਾਡੇ ਟੂਟੀਆਂ 'ਚ ਪਾਣੀ ਆਉਂਦਾ ਹੈਗਾ, ਉਹ ਪ੍ਰਦਾਨ ਕੀਤਾ ਜਾਂਦਾ ਹੈਗਾ। ਅਤੇ ਉਹਦੇ ਉੱਤੇ ਹੁਣ ਚਿੰਤਾ ਜ਼ਾਹਰ ਕੀਤੀ ਜਾ ਰਹੀ ਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਐਸਬੈਸਟਸ ਦਾ ਈਵਨ ਤੁਸੀਂ ਜੇਕਰ ਇਨਹੇਲ ਕਰ ਲਓ, ਤੁਹਾਡੇ ਲੰਗ ਦੇ ਵਿੱਚ ਫਾਈਬਰੋਸਿਸ ਹੋ ਜਾਂਦੇ ਨੇ, ਤੁਹਾਡੇ ਲੰਗਸ ਨੂੰ ਨੁਕਸਾਨ ਹੈਗਾ। ਪਰ ਜਿਹੜੇ ਪਾਈਪਸ ਰਾਹੀਂ ਪਾਣੀ ਤੁਹਾਡੇ ਘਰਾਂ ਵਿੱਚ ਪਹੁੰਚ ਰਿਹਾ ਹੈ, ਉਹਦੇ ਉੱਤੇ ਕਿਉਂ ਨਹੀਂ ਕੋਈ ਤਹਿਕੀਕਾਤ ਕੀਤੀ ਜਾ ਰਹੀ। ਸੋ ਇੱਕ ਇਨਵੈਸਟੀਗੇਸ਼ਨ, ਇੱਕ CTV ਨਿਊਜ਼ ਨੇ ਇੱਕ ਉਹਨਾਂ ਦੀ ਸਪੈਸ਼ਲ ਇਨਵੈਸਟੀਗੇਸ਼ਨ ਹੋਈ, ਜਿਹਦੇ 'ਚ ਉਹਨਾਂ ਨੇ ਚੀਜ਼ ਨੂੰ ਬਾਹਰ ਕੱਢਿਆ ਕਿ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਪੂਰੇ ਕੈਨੇਡਾ ਭਰ ਵਿੱਚ, ਪ੍ਰਿੰਸ ਜਾਰਜ ਦਾ ਜ਼ਿਕਰ ਕਰ ਲਈਏ ਜਾਂ ਅਸੀਂ ਰਜਾਈਨਾ ਦਾ ਜ਼ਿਕਰ ਕਰ ਲਈਏ, ਈਵਨ ਓਨਟਾਰੀਓ ਵਿੱਚ ਕਈ ਥਾਵਾਂ ਦੇ ਵਿੱਚ ਮਿਊਨਿਸਪੈਲਿਟੀਜ਼ ਨੇ ਜੋ ਹੈ ਇਹ ਐਸਬੈਸਟਸ ਪਾਈਪਸ ਦੇ ਰਾਹੀਂ ਪਾਣੀ ਭੇਜਿਆ ਹੈਗਾ। ਹੁਣ ਹੁੰਦਾ ਕੀ ਹੈ ਕਿ ਜਦੋਂ ਪਾਣੀ ਟਰੈਵਲ ਕਰ ਰਿਹਾ ਇਹਨਾਂ ਪਾਈਪਸ ਦੇ ਰਾਹੀਂ, ਤਾਂ ਉਹ ਜਿਹੜੀ ਪਾਈਪਸ ਨੇ ਉਹ ਘੁਰਦੀਆਂ ਨੇ, ਥੋੜ੍ਹੀ ਬਹੁਤੀ ਜਿਹੜੀ ਪਾਣੀ ਦੀ ਇਰੋਜਨ ਹੁੰਦੀ ਹੈ। ਉਹ ਕਿਹਾ ਜਾ ਰਿਹਾ ਕਿ ਇਹ ਪਾਣੀ ਦੇ ਵਿੱਚ ਜਿਹੜਾ ਐਸਬੈਸਟਸ ਹੈਗਾ ਇਹ ਸਾਡੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹੈਲਥ ਕੈਨੇਡਾ ਭਾਵੇਂ ਕਹਿ ਰਿਹਾ ਕਿ ਜੀ ਨਹੀਂ, ਕੋਈ ਡਰਨ ਦੀ ਗੱਲ ਨਹੀਂ ਹੈਗੀ, ਲੇਕਿਨ ਜਿਹੜੇ ਐਕਸਪਰਟਸ ਹੈਗੇ ਨੇ ਉਹ ਇਹ ਕਹਿ ਰਹੇ ਨੇ ਕਿ ਇੱਕ ਬੜਾ ਚਿੰਤਾ ਦਾ ਮੁੱਦਾ ਹੈਗਾ। ਅਤੇ ਇਹਦੇ ਵਾਸਤੇ ਜਿਹੜੀਆਂ ਪਾਈਪਸ ਹੈਗੀਆਂ ਨੇ, ਕਿਉਂਕਿ ਇਹਨਾਂ ਦੀ ਮਿਆਰ ਵੀ ਹੁਣ ਖਤਮ ਹੋ ਰਹੀ ਹੈਗੀ ਹੈ, ਅਤੇ ਜ਼ਰੂਰ ਤਹਿਕੀਕਾਤ ਕੀਤੀ ਜਾਏ, ਇਸ ਦੀ ਇਨਵੈਸਟੀਗੇਸ਼ਨ ਕਰਕੇ ਪਤਾ ਲਗਾਇਆ ਜਾਏ ਕਿ ਇਹ ਪਾਣੀ ਜਿਹੜਾ ਅਸੀਂ ਪੀ ਰਹੇ ਹਾਂ ਕੀ ਇਸ ਦੇ 'ਚ ਐਸਬੈਸਟਸ ਤਾਂ ਨਹੀਂ ਹੈਗੀ। ਕਿਉਂਕਿ ਅੱਜ ਓਵਰਆਲ ਅਸੀਂ ਦੇਖ ਰਹੇ ਹਾਂ ਤਾਂ ਆਟੋ ਇਮਿਊਨ ਡਿਜ਼ੀਜ਼ਸ ਬਹੁਤ ਵੱਧਦੇ ਜਾ ਰਹੇ ਨੇ ਜੀ। ਆਟੋ ਇਮਿਊਨ ਡਿਜ਼ੀਜ਼ਸ ਦਾ ਮਤਲਬ ਹੈਗਾ ਕਿ ਸਾਡੇ ਅੰਦਰ ਹੀ ਜਿਸ ਤਰ੍ਹਾਂ ਬਿਮਾਰੀਆਂ ਫੈਲ ਰਹੀਆਂ ਹੈਗੀਆਂ ਨੇ, ਉਹਦਾ ਕਾਰਨ ਹੈਗਾ ਕਿ ਵਾਤਾਵਰਣ ਦੇ ਵਿੱਚ ਜਿਹੜੀ ਪੋਲਿਊਸ਼ਨ ਹੈਗੀ ਹੈ, ਸਾਡਾ ਖਾਣ ਪੀਣ ਜੋ ਹੈਗਾ, ਜਾਂ ਜੋ ਅਸੀਂ ਪਾਣੀ ਪੀ ਰਹੇ ਹੈਗੇ ਹਾਂ, ਇਹਨਾਂ ਚੀਜ਼ਾਂ ਰਾਹੀਂ ਇਹ ਪੋਲਿਊਸ਼ਨ ਜਿਹੜੀ ਹੈ ਸਾਡੇ ਸਰੀਰ ਵਿੱਚ ਜਾ ਰਹੀ ਹੈ, ਜਿਸ ਨਾਲ ਆਟੋ ਇਮਿਊਨ ਡਿਜ਼ੀਜ਼ ਵੱਧ ਰਹੇ ਨੇ। ਸੋ ਜੇਕਰ ਇਹ ਇਨਵੈਸਟੀਗੇਸ਼ਨ ਦੇ ਰਾਹੀਂ ਜੋ ਕੁਝ ਹੁਣ ਤੱਕ ਪਤਾ ਲੱਗਾ ਹੈ, ਸਰਕਾਰ ਨੇ ਅਜੇ ਤੱਕ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ, ਲੇਕਿਨ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਵਾਟਰ ਪਾਈਪਸ ਹੈਗੀਆਂ ਨੇ ਇਹ ਬੰਦ ਕਰਨੀਆਂ ਚਾਹੀਦੀਆਂ ਨੇ। ਪਹਿਲਾਂ ਇਹਨਾਂ ਦੀ ਵਾਟਰ ਟੈਸਟਿੰਗ ਹੋਵੇ ਕਿ ਕਿੰਨਾ ਕੁ ਨੁਕਸਾਨ ਐਸਬੈਸਟਸ ਦਾ ਸਾਡੇ ਸਰੀਰ ਨੂੰ ਹੋ ਰਿਹਾ ਹੈ, ਉਸ ਦੇ ਉੱਤੇ ਤਹਿਕੀਕਾਤ ਕਰਕੇ ਇਸ ਨੂੰ ਬੰਦ ਕਰਨ ਦੀ ਲੋੜ ਹੈਗੀ ਜੀ। ਜੀ, ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਅੱਜ ਦੇ ਇਸ ਪ੍ਰੋਗਰਾਮ ਲਈ। ਦਰਸ਼ਕੋ, ਜੇ ਤੁਹਾਨੂੰ ਇਹ ਜਾਣਕਾਰੀ ਮਹੱਤਵਪੂਰਨ ਲੱਗੀ ਹੈ, ਜੇ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਤਾਂ ਜ਼ਰੂਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਇਹਨੂੰ ਫੋਲੋ ਕਰਿਓ ਜੀ, ਇਹਨੂੰ ਲਾਈਕ ਕਰਿਓ। ਅਤੇ ਹਰਪ੍ਰੀਤ ਜੀ ਦੀਆਂ ਗੱਲਾਂ ਜਿਹੜੀਆਂ ਬਹੁਤ ਵਡਮੁੱਲੀਆਂ ਹੁੰਦੀਆਂ ਨੇ, ਬਹੁਤ ਅਣਮੁੱਲੀਆਂ ਹੁੰਦੀਆਂ ਨੇ, ਬਹੁਤ ਪਿਆਰੀ ਸ਼ਖਸੀਅਤ ਨੇ ਹਰਪ੍ਰੀਤ ਸਿੰਘ ਹੋਣੀ, ਅਤੇ ਚੰਗੇ ਜਰਨਲਿਸਟ ਵੀ ਨੇ। ਸੋ ਚੀਜ਼ਾਂ ਨੂੰ ਸਾਰੀਆਂ ਨੂੰ ਸੁਣਦੇ ਹੋਏ ਉਹਨਾਂ ਨੂੰ ਉਤਸ਼ਾਹ ਕਰਨ ਲਈ ਅਤੇ ਇਸ ਮੰਚ ਨੂੰ ਉਤਸ਼ਾਹਿਤ ਕਰਨ ਲਈ ਸਾਨੂੰ ਜ਼ਰੂਰ ਕਮੈਂਟਸ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ। ਥੈਂਕ ਯੂ।